ਇਹ ਕਹਾਣੀ ਇੰਨੀ ਸੋਹਣੀ ਸੀਗੀ, ਇੰਨੀ ਨਰੇਟ ਕੀਤੀ ਹੋਈ ਸੀਗੀ ਵੀ ਮੈਨੂੰ ਲੱਗਦਾ ਵੀ ਤੁਸੀਂ ਭੂਆ ਦੇ ਚਿਹਰੇ ਦੀਆਂ ਝੁਰੜੀਆਂ ਵੀ ਇਮੇਜਿਨ ਕਰ ਸਕਦੇ ਹੋ। ਇਹ ਤਾਂ ਇਹਨਾਂ ਦੀ ਗੁਰਬਚਨ ਸਿੰਘ ਦੀ ਭੁੱਲਰ ਸਾਹਿਬ ਦੀ ਇੱਕ ਖਾਸੀਅਤ ਆ। ਜਿਵੇਂ ਇਹਨਾਂ ਦੀ ਖੂਨ ਕਹਾਣੀ ਤੁਸੀਂ ਪੜ੍ਹੀ ਹੋਣੀ ਆ, ਖੂਨ ਕਹਾਣੀ ਹੋ ਗਈ, ਔਰ ਇਹੋ ਜਿਹੀਆਂ ਇੱਕ ਬਹੁਤ ਕਹਾਣੀਆਂ ਨੇ ਜਿਹੜੀਆਂ ਐਂ ਜਿਹਾ ਲੱਗਦਾ ਜਿਵੇਂ ਆਪਣੇ ਸਾਹਮਣੇ ਸਾਰਾ ਕੁਝ ਹੋਈ ਜਾਂਦਾ ਹੁੰਦਾ ਇਹਨਾਂ ਦੇ। ਜਿਵੇਂ ਉਹ ਜਦੋਂ ਲਿਖਦੇ ਨੇ ਕਿ ਉਹ ਬੰਬੀ ਚੱਲ ਰਹੀ ਆ ਤੇ ਉਹਦੀ ਘਰ ਵਾਲੀ ਉੱਥੇ ਕੱਪੜੇ ਧੋਂਦੀ ਆ, ਬੱਚੇ ਆਲੇ ਦੁਆਲੇ ਖੇਡਦੇ ਨੇ ਨਾ, ਉਹ ਪੂਰਾ ਸੀਨ ਤੁਸੀਂ ਇਮੇਜਿਨ ਕਰਦੇ ਹੋ। ਮੈਨੂੰ ਸੋਹਣੀ, ਜਦੋਂ ਤੁਸੀਂ ਦੱਸਿਆ ਨਾ ਵੀ ਤੁਸੀਂ ਰੋਟੀ ਬਣਾਈ ਖਾਧੀ, ਮੈਨੂੰ ਸੋਹਣਾ ਲੱਗੀ ਜੀ, ਕਿਉਂਕਿ ਨਾ ਪਾਰਟ ਜੇ ਉਹੀ ਵਧੀਆ ਹੁੰਦਾ, ਮੈਨੂੰ ਜਿਹੜੇ ਉਹਦੇ ਕਰੈਕਟਰ ਨੇ ਥੋੜੇ ਸਿਰ 'ਚ ਵੜ ਜਾਣੇ ਚਾਹੀਦੇ ਆ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਪ੍ਰੋਗਰਾਮ ਕਿਤਾਬਨਾਮਾ ਦੇਖ ਰਹੇ ਹੋ ਤੁਸੀਂ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਸੀ ਤਾਂ ਬਹੁਤ ਸੋਚਿਆ ਸੀਗਾ ਕਿ ਸ਼ਾਇਦ ਕਿਤਾਬਾਂ ਵਾਲੇ ਪ੍ਰੋਗਰਾਮ ਨੇ ਜਿਹੜੇ ਲੋਕ ਘੱਟ ਵੇਖਣਗੇ, ਤੇ ਪ੍ਰੋਗਰਾਮ ਦਸਤਕ ਸ਼ੁਰੂ ਕਰਦੇ ਵਕਤ ਵੀ ਇਹੀ ਸੋਚ ਸੀਗੀ ਦਿਮਾਗ 'ਚ। ਪਰ ਜਿਵੇਂ ਜਿਵੇਂ ਤੁਸੀਂ ਪ੍ਰੋਗਰਾਮ ਦਸਤਕ ਦੇਖਿਆ ਤੇ ਬਹੁਤ ਜ਼ਿਆਦਾ ਪੋਜ਼ਿਟਿਵ ਕਮੈਂਟਸ ਤੁਸੀਂ ਭੇਜਦੇ ਹੋ, ਆਪਣੀ ਰਾਏ ਭੇਜਦੇ ਹੋ, ਤਾਂ ਉਸ ਤੋਂ ਬਾਅਦ ਹੀ ਸਾਨੂੰ ਆਈਡੀਆ ਆਇਆ ਸੀਗਾ ਕਿ ਕਿਤਾਬਨਾਮਾ ਪ੍ਰੋਗਰਾਮ ਵੀ ਸ਼ੁਰੂ ਕਰੀਏ, ਕਿਉਂਕਿ ਬਹੁਤ ਸਾਰੇ ਜਿਹੜੇ ਭੈਣ ਭਰਾ ਨੇ ਹਮੇਸ਼ਾ ਪੁੱਛਦੇ ਹੁੰਦੇ ਨੇ ਕਿ ਕਿਹੜੀਆਂ ਕਿਤਾਬਾਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਨੇ, ਤੇ ਇਹ ਹੁੰਦੀ ਆ ਪਾਠਕਾਂ ਦੀ ਪ੍ਰਤੀਕਿਰਿਆ। ਪਰ ਕੱਲ੍ਹ ਜਦੋਂ ਸੁਖਜੀਤ ਹੁਣਾਂ ਵਾਲਾ ਪ੍ਰੋਗਰਾਮ ਆ ਜਿਹੜਾ ਉਹ ਪਬਲਿਸ਼ ਹੋਇਆ, ਤਾਂ ਉਹਨਾਂ ਦੀ ਕਾਲ ਆਉਣੀ ਬਹੁਤ ਵੱਡੀ ਗੱਲ ਸੀਗੀ ਸਾਡੇ ਲਈ। ਉਹਨਾਂ ਨੇ ਖੁਦ ਕਿਹਾ ਕਿ ਐਵੇਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ, ਤੇ ਨਾਲ ਨਾਲ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੇ ਅਦਾਕਾਰ ਹੁੰਦੇ ਨੇ ਉਹਨਾਂ ਨੂੰ ਬਹੁਤ ਛੇਤੀ ਫੇਮ ਮਿਲਦਾ, ਪਰ ਜਿਹੜੇ ਲੇਖਕ ਹੁੰਦੇ ਨੇ ਜੇ ਉਹਨਾਂ ਦੀਆਂ ਕਿਤਾਬਾਂ ਨੂੰ ਵੀ ਇਸ ਤਰੀਕੇ ਨਾਲ ਇੰਟਰੋਡਿਊਸ ਕਰਾਇਆ ਜਾਵੇ ਤਾਂ ਲੋਕਾਂ ਦਾ ਜਿਹੜਾ ਰੁਝਾਨ ਆ ਕਿਤਾਬਾਂ ਵੱਲ ਆਪਣੇ ਆਪ ਜਾਊਗਾ। ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। ਤੇ ਅੱਜ ਇਸੇ ਪ੍ਰੋਗਰਾਮ ਦਾ ਇੱਕ ਨਵਾਂ ਐਪੀਸੋਡ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ, ਤੇ ਇਹ ਐਪੀਸੋਡ ਅਸੀਂ ਕਰ ਰਹੇ ਹਾਂ ਗੁਰਬਚਨ ਭੁੱਲਰ ਹੁਣਾਂ ਦੀਆਂ ਕਹਾਣੀਆਂ 'ਤੇ। ਗੁਰਬਚਨ ਭੁੱਲਰ ਸਰ ਇਸ ਵਕਤ ਦਿੱਲੀ ਰਹਿੰਦੇ ਨੇ, ਉਮਰ ਹੋ ਚੁੱਕੀ ਹੈ ਉਹਨਾਂ ਦੀ ਕਾਫੀ, ਤੇ ਬਹੁਤ ਸੋਹਣੀਆਂ ਕਹਾਣੀਆਂ ਉਹਨਾਂ ਨੇ ਲਿਖੀਆਂ ਨੇ, ਸਫ਼ਰਨਾਮਾ ਵੀ ਉਹਨਾਂ ਨੇ ਲਿਖਿਆ। ਸ਼ੁਰੂਆਤ ਉਹਨਾਂ ਦੀ ਹੋਈ ਸੀ ਕਵਿਤਾ ਤੋਂ, ਤੇ ਅੱਜ ਅਸੀਂ ਉਹਨਾਂ ਦੀਆਂ ਦੋ ਕਹਾਣੀਆਂ 'ਤੇ ਗੱਲਬਾਤ ਕਰਾਂਗੇ। ਇੱਕ ਕਹਾਣੀ ਜਿਹੜੀ ਬਹੁਤ ਹੀ ਚਰਚਿਤ ਕਹਾਣੀ ਹੈ, ਨਿੱਕੀ ਬੂਟੀ ਦਾ ਸੂਟ, ਤੇ ਦੂਜੀ ਹੈਗੀ ਦੀਵੇ ਵਾਂਗ ਬਲਦੀ ਅੱਖ। ਤੇ ਇਹਨਾਂ ਕਹਾਣੀਆਂ 'ਤੇ ਗੱਲਬਾਤ ਕਰਨ ਲਈ ਆਪਾਂ ਬਲਦੇਵ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਲਦੇਵ। ਸਤਿ ਸ਼੍ਰੀ ਅਕਾਲ ਰੁਪਿੰਦਰ, ਕੀ ਹਾਲ ਹੈ? ਹਾਲ ਵਧੀਆ ਜੀ, ਠੀਕ ਠਾਕ। ਤੁਸੀਂ ਵੀਰੇ ਜਦੋਂ ਮੋਹਾਲੀ ਆਉਂਦੇ ਹੋ ਮੀਂਹ ਪੈ ਜਾਂਦਾ? ਮਤਲਬ ਅੱਜ ਬਾਬਾ ਮੌਸਮ ਜਿਹਾ ਖਰਾਬ ਹੋਇਆ ਪਿਆ ਨਾ। ਹਾਂਜੀ, ਮੈਂ ਜਿੰਨੀ ਵਾਰੀ ਵੀ ਆਇਆ ਉਨੀ ਵਾਰੀ ਵੀ ਮੀਂਹ ਨਾਲ ਹੀ ਲੈ ਕੇ ਆਇਆ। ਮੀਂਹ ਨਾਲ ਹੀ ਪੈਂਦਾ ਬਿਲਕੁਲ। ਤੇ ਤੁਸੀਂ ਕਦੋਂ ਕੱਲ ਪੜ੍ਹੀਆਂ ਦੋਵੇਂ ਕਹਾਣੀਆਂ ਕਿ ਉਸ ਤੋਂ ਪਹਿਲਾਂ ਵੀ ਪੜ੍ਹੀਆਂ ਹੋਈਆਂ? ਮੈਂ ਪਹਿਲਾਂ ਵੀ ਪੜ੍ਹੀਆਂ ਹੋਈਆਂ ਸੀਗੀਆਂ ਤੇ ਕੱਲ ਦੁਬਾਰੇ ਪੜ੍ਹੀਆਂ, ਕਿਉਂਕਿ ਅੱਜ ਆਪਾਂ ਜੇ ਪ੍ਰੋਗਰਾਮ ਕਰਨਾ ਸੀ ਤਾਂ ਮੈਂ ਪੜ੍ਹਨੀਆਂ ਚਾਹੀਦੀਆਂ। ਵੈਸੇ ਮੈਂ ਇਹਨਾਂ ਦੀ ਕਿਤਾਬ ਹੈਗੀ ਇੱਕ 51 ਕਹਾਣੀਆਂ, ਉਹ ਪੜ੍ਹੀ ਸੀ। ਉਹਦੇ 'ਚ ਸਾਰੀਆਂ ਕਹਾਣੀਆਂ ਬਹੁਤ ਕਮਾਲ ਦੀਆਂ ਕਹਾਣੀਆਂ ਨੇ ਇਹਨਾਂ ਦੀਆਂ। ਜਦੋਂ ਮੈਂ ਕੱਲ ਇਹ ਦੋਵੇਂ ਕਹਾਣੀਆਂ ਪੜ੍ਹਦੀ ਸੀ ਨਾ, ਤਾਂ ਮੈਂ ਜਦੋਂ +2 'ਚ ਸੀ ਉਦੋਂ ਮੈਂ ਕਿਤਾਬ ਪੜ੍ਹੀ ਸੀਗੀ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ, ਤੇ ਉਹ ਹੈਗੀ ਬਲਵਿੰਦਰ ਗਰੇਵਾਲ ਹੋਣਾ ਦੀ ਕਿਤਾਬ। ਤੇ ਉਹ ਕਿਤਾਬ ਨਾ ਮੈਨੂੰ ਇੰਨੀ ਜ਼ਿਆਦਾ ਯਾਦ ਹੈ ਵੀ ਜਦੋਂ ਵੀ ਕੋਈ ਕਿਤੇ ਲਿਖਦਾ ਕਿ ਕੋਈ ਪਸੰਦੀਦਾ ਕਿਤਾਬ ਲਿਖੋ, ਤਾਂ ਮੈਂ ਹਮੇਸ਼ਾ ਉਸ ਕਿਤਾਬ ਦਾ ਨਾਂ ਲਿਖਦੀ ਹੁੰਦੀ ਹਾਂ ਨਾ ਕਿ ਉਹ ਕਿਤਾਬ ਪੜ੍ਹੋ। ਤੇ ਉਹਦੀ ਜਿਹੜੀ ਉਹ ਕਹਾਣੀ ਆ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ, ਉਹ ਇੰਨੀ ਜ਼ਿਆਦਾ ਸ਼ਾਨਦਾਰ ਕਹਾਣੀ ਆ ਤੇ ਬੜੇ ਅਲੱਗ ਸਬਜੈਕਟ 'ਤੇ ਆ। ਤੇ ਜਦੋਂ ਮੈਂ ਕਹਾਣੀ, ਜਦ ਤੂੰ ਮੈਨੂੰ ਕਿਹਾ ਕਿ ਆਪਾਂ ਇਸ ਵਾਰ ਇਹਨਾਂ ਕਹਾਣੀਆਂ 'ਤੇ ਗੱਲਬਾਤ ਕਰਦੇ ਹਾਂ ਨਾ, ਮੈਨੂੰ ਲੱਗਿਆ ਸੀ ਵੀ ਨਿੱਕੀ ਬੂਟੀ ਦਾ ਸੂਟ ਕਹਾਣੀ ਮੈਂ ਕਿਤੇ ਪੜ੍ਹੀ ਹੋਈ ਆ, ਪਰ ਮੈਨੂੰ ਉਹਦਾ ਵਿਸ਼ਾ ਨਹੀਂ ਸੀ ਯਾਦ ਆਉਂਦਾ। ਤੇ ਜਦੋਂ ਮੈਂ ਪੜ੍ਹੀ ਮੈਨੂੰ ਬਹੁਤ ਚੰਗਾ ਲੱਗਿਆ। ਤੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਮੈਨੂੰ ਇਹ ਕਹਾਣੀ ਵਧੀਆ ਲੱਗੀ, ਮੈਂ ਤਾਂ ਕਰਕੇ ਇਹਨਾਂ ਕਹਾਣੀਆਂ ਬਾਰੇ ਗੱਲ ਕੀਤੀ ਨਾ। ਇਹ ਕਹਾਣੀ ਨਾ ਸਾਨੂੰ ਹੁਣ ਤਾਂ ਪਤਾ ਨਹੀਂ ਲੱਗੇ ਕਿ ਨਹੀਂ ਲੱਗੀ, ਪਹਿਲਾਂ ਸਕੂਲੀ ਸਿਲੇਬਸ 'ਚ ਲੱਗੀ ਹੁੰਦੀ ਸੀਗੀ। ਪਹਿਲੀ ਵਾਰੀ ਮੈਂ ਉਦੋਂ ਪੜ੍ਹੀ ਸੀਗੀ, ਤੇ ਉਦੋਂ ਇੰਨੀ ਸਮਝ ਨਹੀਂ ਸੀਗੀ। ਇੱਕ ਉਦੋਂ ਐਂ ਜਿਵੇਂ ਹੁੰਦਾ ਵੀ ਸਿਲੇਬਸ ਹੀ ਪੜ੍ਹਨਾ ਨਾ, ਉਹ ਉਹਨੇ ਆਪਾਂ ਰੁਚੀ ਨਾਲ ਨਹੀਂ ਪੜ੍ਹਦੇ ਗੇ। ਤਾਂ ਜਦੋਂ ਮੈਂ ਬਾਅਦ 'ਚ ਪੜ੍ਹੀ ਤਾਂ ਮੈਨੂੰ ਕਹਾਣੀ ਨਾ ਇਸੇ ਕਰਕੇ ਇਹ ਕਹਾਣੀ ਸੋਹਣੀ ਲੱਗੀ ਕਿ ਇਹ ਜਿਹੜੀ ਨਿੱਕੀ ਬੂਟੀ ਸੂਟ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ ਨਾ, ਵੀ ਉਸ ਹਰੇਕ ਬੰਦੇ ਦੀ ਸਮੱਸਿਆਵਾਂ ਨੇ। ਜਿਹੜਾ ਬੰਦਾ ਜਦ ਜਾਂਦਾ ਸ਼ਹਿਰ ਆ ਕੇ ਰਹਿਣ ਲੱਗ ਪੈਂਦਾ, ਜਾਂ ਜਿਹਨੂੰ ਕੋਈ ਨੌਕਰੀ ਮਿਲ ਜਾਂਦੀ ਹੈ ਨਾ, ਜਾਂ ਜਿਵੇਂ ਹੁਣ ਆਪਣੇ ਬੱਚੇ ਬਾਹਰ ਜਾ ਰਹੇ ਆ, ਇਹ ਵੀ ਇਸੇ ਵਿਸ਼ੇ ਨਾਲ ਹੀ ਜੁੜਦਾ ਹੋਇਆ ਹੈਗਾ ਸਾਰਾ ਕੁਝ। ਵੀ ਦੂਜਿਆਂ ਨੂੰ ਲੱਗਦਾ ਕਿ ਉਹਨਾਂ ਕੋਲ ਬਹੁਤ ਪੈਸੇ ਆ, ਇਹ ਨਹੀਂ ਕੋਈ ਸੋਚਦਾ ਵੀ ਉਹਨਾਂ ਦੇ ਆਪਦੇ ਖਰਚੇ ਵੀ ਹੁੰਦੇ ਨੇ, ਆਪਦੀਆਂ ਜ਼ਰੂਰਤਾਂ ਵੀ ਹੁੰਦੀਆਂ ਨੇ। ਤਾਂ ਮੈਂ ਹੁਣ ਇਸ ਕਹਾਣੀ ਨੂੰ ਪਹਿਲਾਂ ਆਪਾਂ ਦੇਖਦੇ ਸੀ ਜਿਵੇਂ ਇਹ ਕਹਾਣੀ ਲਿਖੀ ਹੋਈ ਹੈ ਨਾ, ਵੀ ਉਹ ਨੌਕਰੀ ਕਰਦੇ ਨੇ, ਸ਼ਹਿਰ ਰਹਿੰਦੇ ਨੇ, ਤਾਂ ਸਾਰਿਆਂ ਨੂੰ ਲੱਗਦਾ ਉਹਨਾਂ ਕੋਲ ਬਹੁਤ ਪੈਸੇ ਨੇ, ਜਿਹੜੇ ਮੁੱਖ ਪਾਤਰ ਆ ਕਹਾਣੀ ਦਾ। ਪਰ ਜੇ ਆਪਾਂ ਹੁਣ ਦੇ ਸੰਦਰਭ 'ਚ ਦੇਖੀਏ ਤਾਂ ਜਿਹੜੇ ਹੁਣ ਆਪਣੇ ਬੱਚੇ ਬਾਹਰ ਜਾਂਦੇ ਆਈਲੈਟਸ ਕਰਕੇ, ਸਮੱਸਿਆਵਾਂ ਉਹਨਾਂ ਦੀਆਂ ਵੀ ਇਹੀ ਨੇ। ਉਹਨਾਂ ਨੂੰ ਵੀ ਮਗਰਲੇ ਨੂੰ ਲੱਗਦਾ ਹੁੰਦਾ ਕਿ ਬਾਹਰ ਜਾ ਵੜੇ, ਉਹਨਾਂ ਕੋਲ ਬਹੁਤ ਪੈਸੇ ਆ, ਕੋਈ ਫੋਨ ਮੰਗੀ ਜਾਂਦਾ ਉਹਨਾਂ ਦਾ, ਕੋਈ ਲੈਪਟਾਪ ਮੰਗੀ ਜਾਂਦਾ ਨਾ। ਤਾਂ ਹੁਣ ਮੈਨੂੰ ਇਹ ਕਹਾਣੀ ਥੋੜ੍ਹੀ ਨਵੀਂ ਲੱਗੀ ਹੈ ਵੀ ਯਾਰ ਹਾਂ, ਇਹ ਇਸ ਸੰਦਰਭ 'ਚ ਵੀ ਢੁੱਕਦੀ ਹੋਈ ਕਹਾਣੀ ਹੈ। ਮੇਰੇ ਮਨ 'ਚ ਇਹ ਖਿਆਲ ਨਹੀਂ ਸੀ ਆਇਆ ਪਰ ਪੜ੍ਹ ਕੇ। ਪਰ ਹਾਂ, ਇਹ ਗੱਲ ਹੈਗੀ ਆ ਵੀ ਸਮੱਸਿਆ ਦਾ ਢੰਗ ਬਦਲ ਜਾਂਦਾ, ਪਰ ਹਰ ਜ਼ਮਾਨੇ 'ਚ ਸਮੱਸਿਆ ਕੋਈ ਨਾ ਕੋਈ ਇੱਕੋ ਢੰਗ ਦੀ ਹੁੰਦੀ ਆ ਨਾ।
ਰੁਪਿੰਦਰ ਆਪਾਂ ਮਾੜਾ ਜਿਹਾ ਤੁਸੀਂ ਕਹਾਣੀ ਬਾਰੇ ਵੀ ਦੱਸ ਦਿਓ ਇੱਕ ਵਾਰ ਨਾ, ਆਪਾਂ ਸੁਣਨ ਵਾਲੇ ਨੂੰ ਪਤਾ ਸਮਝ ਆ ਜਾਊ ਵੀ ਕਿਵੇਂ ਦੀ ਕਹਾਣੀ ਹੈ। ਜਿਵੇਂ ਜੇ ਕਹਾਣੀ ਬਾਰੇ ਗੱਲ ਕਰੀਏ ਤਾਂ ਇਹ ਕਹਾਣੀ ਆ ਇੱਕ ਇਸ ਤਰੀਕੇ ਦੇ ਪਰਿਵਾਰ ਦੀ, ਜਿਹਦੇ 'ਚ ਇੱਕ ਮੁੰਡਾ ਹੁੰਦਾ ਤੇ ਉਹਨੂੰ ਨੌਕਰੀ ਮਿਲ ਜਾਂਦੀ ਆ, ਉਹ ਸ਼ਹਿਰ ਜਾ ਕੇ ਰਹਿੰਦਾ ਤੇ ਉਹ ਜਦੋਂ ਆਪਣੇ ਕਿਸਾਨੀ ਪਰਿਵਾਰ 'ਚੋਂ ਕੋਈ ਮੁੰਡਾ ਜਿਹੜਾ ਇਹੋ ਜਿਹੀ ਕਿਸੇ ਨੌਕਰੀ ਤੇ ਆਪਾਂ ਕਹਿ ਦਿੰਦੇ ਆ ਕਿ ਜਿਹਦੇ 'ਚ ਵੱਜ ਵੀ ਤਨਖਾਹ ਹੁੰਦੀ ਆ, ਹਰੇਕ ਬੰਦਾ ਨੌਕਰੀ ਵਾਲੇ ਬੰਦਿਆਂ ਨੂੰ ਕਹਿ ਦਿੰਦਾ ਵੀ ਤੇਰੇ ਤਾਂ ਮਹੀਨੇ ਦੇ ਖਰੇ ਹੀ ਖਰੇ ਨੇ, ਚਾਹੇ ਮੌਸਮ ਜਿਵੇਂ ਦਾ ਮਰਜ਼ੀ ਹੋਵੇ ਹੈ ਨਾ, ਤੇ ਆਲੇ ਦੁਆਲੇ ਜਿਵੇਂ ਦੇ ਮਰਜ਼ੀ ਹਾਲਾਤ ਚੱਲਦੇ ਹੋਣ, ਪਰ ਮੁਲਾਜ਼ਮ ਬੰਦਾ ਹੁੰਦਾ ਜਿਹੜਾ ਉਹਨੂੰ ਤਨਖਾਹ ਮਿਲਦੀ ਹੋ ਰਹਿੰਦੀ ਆ। ਤੇ ਇਸੇ ਤਰੀਕੇ ਨਾਲ ਉਹ ਮੁੰਡਾ ਹੁੰਦਾ, ਉਹਨੂੰ ਸਰਕਾਰੀ ਨੌਕਰੀ ਮਿਲਦੀ ਆ ਤੇ ਉਹ ਆਪਣੇ ਟੱਬਰ ਸਮੇਤ ਜਾ ਕੇ ਸ਼ਹਿਰ 'ਚ ਰਹਿੰਦਾ। ਜਦੋਂ ਆਪਣੇ ਪਰਿਵਾਰਾਂ 'ਚ ਕੋਈ ਬੰਦਾ ਕਾਮਯਾਬ ਹੋ ਜਾਂਦਾ, ਜਾਂ ਜਿਵੇਂ ਬਲਦੇਵ ਨੇ ਕਿਹਾ ਕਿ ਆਪਾਂ ਬਾਹਰ ਚਲਿਆ ਗਿਆ ਕੋਈ, ਜਾਂ ਆਪਣੇ 'ਚੋਂ ਥੋੜ੍ਹੇ ਜਿਹੇ ਕਿਸੇ ਨਿਖੜਵੇਂ ਅਹੁਦੇ ਦੇ ਉੱਤੇ ਜਾਂ ਕਿਸੇ ਕੰਮ ਦੇ ਉੱਤੇ ਪਹੁੰਚ ਗਿਆ, ਤਾਂ ਸਾਡੀ ਨਾ ਸਾਰਿਆਂ ਦੀ ਆਸ ਉਹਦੇ ਤੱਕ ਹੋ ਜਾਂਦੀ ਹੈ ਕਿ ਜਦੋਂ ਵੀ ਸਾਨੂੰ ਕੋਈ ਔਖਾ ਸਮਾਂ ਆਏਗਾ ਤਾਂ ਅਸੀਂ ਉਹਦੇ ਤੋਂ ਮੰਗ ਸਕਦੇ ਹਾਂ ਮਦਦ। ਤੇ ਇਸੇ ਤਰੀਕੇ ਨਾਲ ਉਹ ਮੁੰਡੇ ਦੇ ਜਿਹੜੇ ਆਲੇ ਦੁਆਲੇ ਰਿਸ਼ਤੇਦਾਰ ਹੁੰਦੇ ਨੇ, ਉਹ ਉਹਦੇ ਤੋਂ ਮਦਦ ਮੰਗਦੇ ਨੇ, ਤੇ ਜਦੋਂ ਕਦੀ ਕਿਸੇ ਨੂੰ ਉਹ ਜਵਾਬ ਦਿੰਦਾ ਤਾਂ ਫਿਰ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਇਹ ਆਪਣੇ ਘਰ ਵਿੱਚ ਤਾਂ ਹਰ ਤਰੀਕੇ ਦੀਆਂ ਸਹੂਲਤਾਂ ਰੱਖਦਾ, ਪਰ ਜਦੋਂ ਸਾਡੀ ਵਾਰੀ ਆਉਂਦੀ ਹੈ ਤਾਂ ਜਵਾਬ ਦੇ ਦਿੰਦਾ। ਤੇ ਫਿਰ ਜਦੋਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਜੇ ਕਿਸੇ ਨਾਲ ਰਿਸ਼ਤਾ ਵਿਗਾੜਨਾ ਹੋਵੇ ਤਾਂ ਉਧਾਰ ਦੇ ਦਿਓ ਜਾਂ ਫਿਰ ਦਿੱਤਾ ਹੋਇਆ ਉਧਾਰ ਮੰਗ ਲਓ। ਤੇ ਹੁਣ ਮੈਨੂੰ ਲੱਗਦਾ ਇਹ ਵੀ ਕਹਿ ਸਕਦੇ ਹਾਂ ਕਿ ਜਵਾਬ ਦੇ ਦਿਓ ਤਦ ਵੀ ਰਿਸ਼ਤੇ ਵਿਗੜ ਜਾਂਦੇ ਨੇ। ਤਾਂ ਜਦੋਂ ਕਿਸੇ ਨੂੰ ਵੀ ਜਵਾਬ ਦਿੰਦਾ ਤਾਂ ਉਹਦੇ ਜਿਹੜੇ ਸਾਰੇ ਰਿਸ਼ਤੇਦਾਰ ਨੇ ਉਹਨੂੰ ਨਾਪਸੰਦ ਕਰਨ ਲੱਗ ਜਾਂਦੇ ਨੇ। ਤੇ ਇਸੇ ਤਰੀਕੇ ਨਾਲ ਜਦੋਂ ਅਖੀਰ ਤੇ ਮਤਲਬ ਇਹ ਜਿਹੜਾ ਪੂਰਾ ਘਟਨਾਕ੍ਰਮ ਆ ਜਿਸ ਇੱਕ ਸੀਨ ਦੇ ਉੱਤੇ ਬੁਣਿਆ ਗਿਆ, ਉਹ ਇਹੀ ਆ ਕਿ ਉਹਦੀ ਉਹ ਭੂਆ ਜਿਹੜੀ ਉਹਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਇੰਨਾ ਪਿਆਰ ਕਰਦੀ ਆ, ਉਹ ਉਹਦੇ ਤੋਂ ਉਧਾਰ ਮੰਗਦੀ ਆ। ਫਿਰ ਇਸ ਕਹਾਣੀ ਦਾ ਜਿਹੜਾ ਐਂਡ ਹੁੰਦਾ ਹੈ ਕਿ ਉਹ ਕੀ ਗੱਲਬਾਤ ਹੁੰਦੀ ਆ। ਤੇ ਬਲਦੇਵ ਜਦੋਂ ਮੈਂ ਕਹਾਣੀ ਪੜ੍ਹੀ ਨਾ, ਮੈਨੂੰ ਪਹਿਲਾ ਖਿਆਲ ਤਾਂ ਇਹੀ ਆਇਆ, ਪਹਿਲਾਂ ਤੁਸੀਂ ਰੋਟੀ ਬਣਾ ਕੇ ਖਾਧੀ? ਹਾਂ ਜਦੋਂ ਕਹਾਣੀ ਚੱਲ ਰਹੀ ਸੀ ਨਾ, ਤੇ ਉਹ ਕਹਾਣੀ 'ਚ ਇਹ ਸੀਗਾ ਕਿ ਉਹ ਮੁੰਡਾ ਜਦੋਂ ਛੋਟਾ ਹੁੰਦਾ ਉਹ ਯਾਦ ਕਰਦਾ ਕਿ ਮੈਂ ਜਦੋਂ ਵੀ ਆਪਣੀ ਭੂਆ ਕੋਲ ਜਾਂਦਾ ਤੇ ਉਸ ਭੂਆ ਕੋਲ ਉਹ ਮੈਨੂੰ ਮਤਲਬ ਇਸ ਤਰੀਕੇ ਨਾਲ ਰੋਟੀ ਬਣਾ ਖਵਾਉਂਦੀ ਸੀ ਕਿ ਮੱਖਣ ਇੰਨਾ ਜ਼ਿਆਦਾ ਹੁੰਦਾ ਸੀ ਰੋਟੀਆਂ ਦੇ ਉੱਤੇ, ਤੇ ਮਿੱਠੀਆਂ ਰੋਟੀਆਂ ਅੰਬ ਦੇ ਅਚਾਰ ਨਾਲ ਹੈ ਨਾ, ਘਿਓ 'ਚ ਗੁੱਝੀਆਂ ਹੁੰਦੀਆਂ ਸੀ। ਤਾਂ ਮੈਨੂੰ ਨਾ ਪੜ੍ਹ ਕੇ ਭੁੱਖ ਹੀ ਲੱਗੀ, ਮੈਨੂੰ ਐਂ ਲੱਗੀ ਜਾਵੇ ਕਹਾਣੀ ਕਦੋਂ ਖਤਮ ਹੋਵੇ। ਮੈਂ ਛੇਤੀ ਰਸੋਈ 'ਚ ਗਈ ਤੇ ਮੈਂ ਗੁੜ ਵਾਲਾ ਆਟਾ ਗੁੰਨਿਆ ਤੇ ਮੈਂ ਇੱਕ ਮਿੱਠੀ ਰੋਟੀ ਬਣਾ ਕੇ ਖਾਧੀ ਹੈ ਨਾ। ਮੈਨੂੰ ਲੱਗਦਾ ਕਿ ਅੱਜ ਤੱਕ ਐਵੇਂ ਦਾ ਫੀਲ ਮੈਨੂੰ ਕਦੀ ਨਹੀਂ ਆਇਆ ਕਿਸੇ ਚੀਜ਼ 'ਚੋਂ। ਤੇ ਜਿਵੇਂ ਉਹ ਮੁੰਡੇ ਨੂੰ ਸੁਨੇਹਾ ਆਉਂਦਾ ਹੈ ਨਾ ਕਿ ਉਹਦੀ ਭੂਆ ਉਹਨੂੰ ਕਹਿੰਦੀ ਹੈ ਕਿ ਮੈਨੂੰ ਆ ਕੇ ਮਿਲ ਕੇ ਜਾ ਇਸ ਤੋਂ ਪਹਿਲਾਂ ਕਿ ਮੇਰੇ ਫੁੱਲ ਚੁੱਕੇ ਜਾਣ, ਹੈ ਨਾ, ਜਾਂ ਆਪਾਂ ਦੁਬਾਰਾ ਕਦੀ ਮਿਲੀਏ ਨਾ। ਤੇ ਉਹ ਮੁੰਡਾ ਛੋਟੀ ਬੂਟੀਆਂ ਦਾ ਸੂਟ ਖਰੀਦਦਾ ਹੈ ਨਾ। ਤੇ ਅੱਜ ਵੀ ਜਦੋਂ ਆਪਣੇ ਘਰਾਂ 'ਚ ਬਜ਼ੁਰਗ ਹੁੰਦੇ ਨੇ, ਆਪਾਂ ਜਦੋਂ ਵੀ ਉਹਨਾਂ ਦੀ ਪਸੰਦ ਦੀ ਕੋਈ ਚੀਜ਼ ਖਰੀਦਣਾ ਚਾਹੁੰਦੇ ਹਾਂ, ਖਾਸ ਕਰਕੇ ਕੱਪੜਾ, ਆਪਾਂ ਵੀ ਨਿੱਕੀਆਂ ਬੂਟੀਆਂ ਵਾਲਾ ਸੂਟ ਉਹਨਾਂ ਲਈ ਪਸੰਦ ਕਰਦੇ ਹਾਂ, ਹੈ ਨਾ। ਤੇ ਇੱਕ ਤਰ੍ਹਾਂ ਨਾਲ ਇਹ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਉਦੋਂ ਰਿਸ਼ਤਿਆਂ 'ਚ ਕਿੰਨਾ ਨਿੱਘ ਹੁੰਦਾ ਸੀਗਾ। ਹੁਣ ਵੀ ਜਦੋਂ ਆਪਣੇ ਪਰਿਵਾਰਾਂ 'ਚ ਰਿਸ਼ਤੇ ਹੁੰਦੇ ਆ ਤਾਂ ਇਹ ਕਿਹਾ ਜਾਂਦਾ ਕਿ ਰਿਸ਼ਤਾ ਉੱਥੇ ਕਰੋ ਜਿਹੜਾ ਬੰਦਾ ਔਖ ਸੌਖ ਵੇਲੇ ਤੁਹਾਡੇ ਨਾਲ ਖੜਨ ਵਾਲਾ ਹੋਵੇ, ਹੈ ਨਾ। ਉਹ ਖੜਨ ਤੋਂ ਸਾਡਾ ਮਤਲਬ ਇਹ ਹੁੰਦਾ ਕਿ ਸਾਡੀ ਮਦਦ ਕਰਨ ਵਾਲਾ ਹੋਵੇ। ਪਰ ਮੈਨੂੰ ਲੱਗਦਾ ਕਿ ਜਿਵੇਂ ਹਾਲਾਤ ਬਦਲਦੇ ਆ, ਰਿਸ਼ਤਾ ਕਰਨ ਵੇਲੇ ਹਾਲਾਤ ਹੋਰ ਹੁੰਦੇ ਨੇ, ਪਰ ਜਿਵੇਂ ਹਾਲਾਤ ਬਦਲਦੇ ਆ ਜਾਂ ਆਪਾਂ ਕਹਿੰਦੇ ਆ ਕਿ ਰਿਸ਼ਤੇ ਪੁਰਾਣੇ ਹੁੰਦੇ ਜਾਂਦੇ ਨੇ, ਉਹਨਾਂ ਦੀ ਅਹਿਮੀਅਤ ਨਹੀਂ ਹੋ ਰਹਿੰਦੀ, ਹੈ ਨਾ। ਜਿਵੇਂ ਜਿਹੜੀ ਅਹਿਮੀਅਤ ਆਪਣੇ ਫੁੱਫੜਾਂ ਦੀ ਆਪਣੇ ਘਰਾਂ 'ਚ ਹੁੰਦੀ ਆ, ਜਦੋਂ ਉਹੀ ਅੱਗੇ ਕੁੜੀਆਂ ਵਿਆਹੀਆਂ ਜਾਂਦੀਆਂ ਨੇ, ਫਿਰ ਉਹ ਫੁੱਫੜਾਂ ਦੀ ਅਹਿਮੀਅਤ ਘੱਟ ਕੇ ਦੂਜੇ ਜਵਾਈਆਂ ਦੀ ਹੋ ਜਾਂਦੀ ਹੈ ਨਾ। ਤਾਂ ਇਸੇ ਤਰੀਕੇ ਨਾਲ ਮੈਨੂੰ ਲੱਗਦਾ ਕਿ ਜਿਵੇਂ ਰਿਸ਼ਤਾ ਪੁਰਾਣਾ ਹੁੰਦਾ, ਉਹਦੀ ਤਵੱਜੋ, ਉਹਦੀ ਅਹਿਮੀਅਤ ਤਾਂ ਸਾਡੇ ਦਿਲਾਂ 'ਚੋਂ ਘੱਟ ਜਾਂਦੀ ਹੈ ਨਾ। ਹਾਂ, ਉਹਦੀ ਜਗ੍ਹਾ ਆਪਾਂ ਇਹ ਕਹਿ ਸਕਦੇ ਨਵੇਂ ਰਿਸ਼ਤੇ ਲੈ ਲੈਂਦੇ ਨੇ ਨਾ। ਤੇ ਪਰ ਮੈਂ ਜਦੋਂ ਇਹ ਕਹਾਣੀ ਪੜ੍ਹੀ ਸੀ ਤਾਂ ਮੇਰਾ ਜਮਾਂ ਹੀ ਅਲੱਗ ਨਜ਼ਰੀਆ ਸੀਗਾ ਜੇ ਦੇਖਣ ਦਾ ਨਾ। ਮੈਨੂੰ ਇਸ ਕਹਾਣੀ 'ਚ ਇਹ ਲੱਗਿਆ ਕਿ ਉਹ ਸ਼ਹਿਰ ਚਲੇ ਜਾਂਦੇ ਨੇ, ਉੱਥੇ ਰਹਿਣ ਲੱਗ ਜਾਂਦੇ ਨੇ, ਤਾਂ ਮਗਰੋਂ ਉਹਨਾਂ ਦੇ ਦੋਸਤ ਜਾਂ ਰਿਸ਼ਤੇਦਾਰ ਜੋ ਵੀ ਹੁੰਦੇ ਨੇ, ਉਹਨੂੰ ਵੰਗਾਰਾਂ ਪਾਉਣੀ ਸ਼ੁਰੂ ਕਰ ਦਿੰਦੇ ਆ ਨਾ। ਤਾਂ ਉਹਨਾਂ ਉੱਥੇ ਕਹਾਣੀ 'ਚ ਵੀ ਲਿਖਿਆ ਕਿ ਉੱਥੇ ਉਹਨਾਂ ਦੇ ਆਪ ਦੇ ਵੀ ਖਰਚੇ ਹੁੰਦੇ ਨੇ। ਜਿਵੇਂ ਤੁਸੀਂ ਲੈ ਲਓ, ਜੇਕਰ ਉਹ ਇੱਕ ਪਿੰਡ ਤੋਂ ਸ਼ਹਿਰ 'ਚ ਜਾ ਰਿਹਾ ਤਾਂ ਸ਼ਹਿਰ ਦੀ ਸੁਸਾਇਟੀ ਪਿੰਡ ਨਾਲੋਂ ਹਮੇਸ਼ਾ ਆਪਾਂ ਇਹ ਕਹਿ ਸਕਦੇ ਕਿ ਐਡਵਾਂਸ ਹੁੰਦੀ ਹੈ ਨਾ। ਉਹਨਾਂ ਨੂੰ ਜ਼ਿਆਦਾ ਸਹੂਲਤਾਂ ਜ਼ਿਆਦਾ ਚਾਹੀਦੀਆਂ ਹੁੰਦੀਆਂ ਨੇ, ਦੁੱਗਣੇ ਤਿੱਗਣੇ ਖਰਚੇ ਵੱਧ ਜਾਂਦੇ ਨੇ। ਤਾਂ ਫਿਰ ਉਹ ਜਦੋਂ ਉਹ ਨੌਕਰੀ ਲੱਗ ਜਾਂਦਾ ਤਾਂ ਫਿਰ ਉਹਦਾ ਸਰਕਲ ਵੀ ਨੌਕਰੀ ਵਾਲਾ ਹੀ ਬਣ ਜਾਂਦਾ ਸਾਰਾ ਨਾ। ਤਾਂ ਨੌਕਰੀ ਵਾਲੇ ਦੇ ਘਰੇ ਆਉਂਦੇ ਨੇ ਤਾਂ ਫਿਰ ਉਹਨਾਂ ਨੂੰ ਫਰਿੱਜ ਚਾਹੀਦੀ ਆ, ਸੋਫੇ ਚਾਹੀਦੇ ਆ, ਵਧੀਆ ਬੈੱਡ ਸ਼ੀਟ ਚਾਹੀਦੀਆਂ ਨੇ ਨਾ, ਸਾਰਾ ਕੁਝ ਵਧੀਆ ਚਾਹੀਦਾ। ਤੇ ਜਿੰਨੀ ਉਹਦੀ ਤਨਖਾਹ ਹੁੰਦੀ ਉਹ ਤਾਂ ਉਹਦੀ ਉਧਰ ਲੰਘ ਜਾਂਦੀ ਸਾਰੀ। ਤਾਂ ਪਿੰਡ ਵਾਲੇ ਕਹਿੰਦੇ ਹੁੰਦੇ ਆਪਣੇ ਵੀ ਉਹ ਤਾਂ ਬੱਦੀ ਰੱਦੀ ਤਨਖਾਹ ਐਂ ਕਹਿੰਦੇ ਹੁੰਦੇ ਆ ਨਾ ਵੀ ਉਹਨੂੰ ਵੀ ਜਾਂ ਮੀਂਹ ਆਵੇ ਹਨੇਰੀ ਆਵੇ ਉਹਦੇ ਤਾਂ ਵੀ ਪੱਕੇ ਖਾਤੇ 'ਚ ਪੈ ਹੀ ਜਾਣੇ ਆ। ਤਾਂ ਸਾਰਿਆਂ ਨੂੰ ਲੱਗਦਾ ਹੁੰਦਾ ਸੀਗਾ ਵੀ ਯਾਰ ਉਹਦੇ ਕੋਲ ਤਾਂ ਪੱਕੇ ਵਾਧੂ ਪੈਸੇ ਆਉਂਦੇ ਨੇ, ਉਹਦੇ ਕੋਲ ਤਾਂ ਹੈਗੇ ਨੇ, ਤਾਂ ਹਰੇਕ ਹੀ ਮੰਗ ਲੈਂਦਾ ਸੀਗਾ ਉਦੋਂ। ਤੇ ਹੁਣ ਇਹ ਵੀ ਹੈਗਾ ਵੀ ਉਹ ਇਕੱਲਾ ਬੰਦਾ ਸੀਗਾ, ਮੰਗਣ ਵਾਲੇ ਕਿੰਨੇ ਹੋ ਗਏ ਉਹਦੇ ਦੁਆਲੇ। ਤਾਂ ਉਹ ਖਿੱਚ ਗਿਆ ਇਸ ਚੀਜ਼ ਤੋਂ, ਉਹਨੂੰ ਲੱਗਿਆ ਯਾਰ ਕਿ ਰਿਸ਼ਤੇ ਸਿਰਫ ਇਸੇ ਕੰਮ ਵਾਸਤੇ ਰਹਿ ਗਏ ਵੀ ਮੈਨੂੰ ਵੀ ਮੇਰੇ ਤੋਂ ਮੰਗੀ ਜਾਂਦੇ ਆ ਨਾ। ਫਿਰ ਉਹਦੀ ਭੂਆ ਨੂੰ ਸੁਨੇਹਾ ਲਾਉਂਦੀ, ਉਹ ਭੂਆ ਕੋਲੇ ਜਾਂਦਾ
ਤਾਂ ਉਹਦੇ ਬਚਪਨ ਵੀ ਯਾਦ ਹੁੰਦਾ, ਸਾਰਾ ਕੁਝ ਯਾਦ ਹੁੰਦਾ ਵੀ ਤਾਂ ਉਹਨੂੰ ਲੱਗਦਾ ਹੁੰਦਾ ਕਿ ਯਾਰ ਵੀ ਇਹ ਮੇਰਾ ਬਹੁਤ ਸੋਹਣਾ ਰਿਸ਼ਤਾ ਹੈ ਨਾ। ਹਾਂ ਕਿ ਸ਼ਾਇਦ ਇੱਥੇ ਮੇਰੇ ਨਾਲ ਉਹ ਗਰਜ ਨਹੀਂ ਹੋਣੀਗੀ। ਉਹ ਇਸੇ ਚੀਜ਼ ਦੇ ਵਿੱਚੋਂ ਹੀ ਉਹ ਸੂਟ ਲੈ ਕੇ ਜਾਂਦਾ ਨਿੱਕੀ ਬੂਢੀ ਦਾ, ਜਿਹੜਾ ਆਪਣੇ ਹੁਣ ਵੀ ਬਜ਼ੁਰਗਾਂ ਦੇ ਪਾਇਆ ਹੁੰਦਾ, ਉਹ ਬਰੀਕ ਜੀ ਬੂਢੀ ਹੁੰਦੀ ਹੈ ਨਾ, ਤਾਂ ਉਹ ਸੂਟ ਵੀ ਲੈ ਕੇ ਜਾਂਦਾ ਤੇ ਅਖੀਰ ਨੂੰ ਉੱਥੇ ਬਹਿੰਦੇ ਨੇ। ਭੂਆ ਉਹਦੀ ਮਤਲਬ ਜਿਵੇਂ ਵੀ ਸੇਵਾ ਹੁੰਦੀ ਹੈ ਉਹ ਕਰਦੀ ਹੈ ਨਾ, ਤਾਂ ਅਖੀਰ ਤੇ ਉਹ ਕਹਿੰਦੇ ਆ ਵੀ ਆਪਾਂ ਜ਼ਮੀਨ ਖਰੀਦਣੀ, ਆਪਣੇ ਨਾਲ ਜ਼ਮੀਨ ਲੱਗਦੀ, ਉਹ ਮਦਦ ਕਰ ਮਾੜੀ ਮੋਟੀ। ਤਾਂ ਉੱਥੇ ਉਹ ਜਿਹੜਾ ਉਹਦੇ ਜਵਾਕ ਉੱਥੇ ਖੇਡ ਰਹੇ ਹੁੰਦੇ ਆ, ਉਹਦੀ ਘਰ ਵਾਲੀ ਨਾਲ ਗਈ ਹੁੰਦੀ ਆ, ਉਹ ਜਿਵੇਂ ਵੀ ਜਿਹੋ ਜਿਹਾ ਵੀ ਮਾਹੌਲ ਹੁੰਦਾ, ਮੈਨੂੰ ਬਹੁਤ ਸਿਖਾਵਾਂ ਮਾਹੌਲ ਹੁੰਦਾ ਉਦੋਂ ਪਹਿਲਾਂ, ਪਰ ਜਦੋਂ ਉਹਨੂੰ ਭੂਆ ਇਹ ਗੱਲ ਕਹਿੰਦੇ ਉਹ ਖਿਜਣ ਲੱਗ ਪੈਂਦਾ, ਜਵਾਕ ਨੂੰ ਵੀ ਝਟਕਦਾ ਆਪਦੇ ਨੂੰ ਨਾ, ਤੇ ਘਰ ਵਾਲੇ ਨੂੰ ਵੀ ਝਟਕਦਾ ਹੈਗਾ। ਫਿਰ ਉਹ ਸੂਟ ਕੱਢਦੀ ਹੈ ਤਾਂ ਸੂਟ ਵੀ ਨਹੀਂ ਕੱਢਣ ਦਿੰਦਾ, ਉਹਦੇ ਵਿੱਚ ਰੱਖਦੇ ਕਿਸੇ ਫਿਰ ਵੇਖਾਂਗੇ। ਉਹਨੂੰ ਐਂ ਲੱਗਦਾ ਯਾਰ ਭੂਆ ਨੇ ਵੀ ਮੈਨੂੰ ਇਸੇ ਵਾਸਤੇ ਬੁਲਾਇਆ, ਇਸੇ ਵਾਸਤੇ ਹੀ ਸੱਦਿਆ ਸੀਗਾ। ਬਿਲਕੁਲ। ਤੇ ਮੈਂ ਜਦੋਂ ਪਹਿਲਾਂ ਕਹਾਣੀ ਪੜ੍ਹੀ ਸੀਗੀ ਨਾ, ਉਦੋਂ ਤਾਂ ਮੈਨੂੰ ਇੰਨਾ ਪਤਾ ਨਹੀਂ ਸੀ, ਮੇਰੀ ਉਮਰ ਹੀ ਬਹੁਤ ਛੋਟੀ ਸੀਗੀ, ਮੇਰਾ ਕੋਈ ਆਪਣਾ ਤਜਰਬਾ ਵੀ ਨਹੀਂ ਸੀਗਾ। ਹੁਣ ਜਿਵੇਂ ਪੜ੍ਹੀ ਜਾਂਦੇ ਆ ਤਾਂ ਸਾਹਿਤ ਦੀ ਸਮਝ ਵੀ ਵਧੀ ਜਾਂਦੀ ਹੈ ਨਾ, ਮਤਲਬ ਪਾਠਕ ਵੀ ਵਿਕਾਸ ਕਰਦਾ ਇੱਕ। ਤਾਂ ਹੁਣ ਉਦੋਂ ਬਾਅਦ ਕੀ ਹੁੰਦਾ ਰੁਪਿੰਦਰ, ਹੁਣ ਆਪਣੇ ਜਵਾਕ ਬਾਹਰ ਜਾਂਦੇ ਨੇ ਆਈਲਟਸ ਕਰਕੇ, ਆਪਾਂ ਨੂੰ ਇਹ ਨਹੀਂ ਆਪਾਂ ਸੋਚਦੇ ਕਿ ਵੀ ਜਿਹੜੇ ਇਦੋਂ ਪਹਿਲਾਂ ਸਾਡੇ ਦਾਦੇ ਜਾਂ ਸਾਡੇ ਚਾਚੇ ਤਾਏ ਗਏ ਆ ਵੱਡੀ ਉਮਰ ਦੇ, ਉਹ ਵਰਕ ਪਰਮਿਟ ਮਤਲਬ ਕੰਮ ਕਰਨ ਲਈ ਗਏ ਸੀਗੇ, ਇੱਥੋਂ ਜਾਂਦੇ ਸੀ ਕਿਤੇ ਜਾ ਕੇ ਕੰਮ ਕਰਦੇ ਸੀ, ਮਤਲਬ ਕਿਤੇ ਵੀ ਲੱਗ ਕੇ ਉਹ ਕੰਮ ਤੇ ਲੱਗਦੇ ਸੀਗੇ ਜਾ ਕੇ। ਹੁਣ ਦੇ ਜਵਾਕ ਪੜ੍ਹਨ ਜਾਂਦੇ, ਉਹਨਾਂ ਨੇ ਫੀਸਾਂ ਵੀ ਭਰਨੀਆਂ ਨੇ ਆਪਦੀਆਂ, ਉਹਨਾਂ ਨੇ ਰੈਂਟ ਵੀ ਦੇਣੇ ਆ, ਫਿਰ ਹਰੇਕ ਦੇ ਕੋਲ ਉੱਥੇ ਇਹ ਵੀ ਹੈ ਨਹੀਂ ਕਿ ਉੱਥੇ ਕਿਸੇ ਦਾ ਕੋਈ ਚਾਚਾ ਤਾਇਆ ਜਾਂ ਮਾਂ ਪਿਓ ਹੋਊ, ਇਕੱਲੇ ਬੱਚੇ ਵੀ ਹੈਗੇ ਨੇ ਨਾ, ਉਹ ਜਾਂਦੇ ਨੇ ਉੱਥੇ। ਤਾਂ ਮਗਰੋਂ ਜਦੋਂ ਉਹ ਜਾ ਵੜਦੇ ਨੇ ਤਾਂ 6 ਮਹੀਨੇ ਬਾਅਦ ਰਿਸ਼ਤੇਦਾਰ ਫੋਨ ਕਰਨ ਲੱਗ ਪੈਂਦੇ ਆ ਵੀ ਅਸੀਂ ਵਿਆਹ ਕਰਨ, ਸਾਡੀ ਮਾੜੀ ਮੋਟੀ ਮਦਦ ਕਰਦੇ ਕੋਈ, ਜਾਂ ਸਾਨੂੰ ਕੋਈ ਫੋਨ ਭੇਜ ਦੇ, ਸਾਨੂੰ ਕੋਈ ਲੈਪਟਾਪ ਭੇਜ ਦੇ, ਮਤਲਬ ਇਹ ਚੀਜ਼ਾਂ ਹੁੰਦੀਆਂ ਨੇ। ਤਾਂ ਮੈਨੂੰ ਹੁਣ ਵੀ ਇਹ ਕਹਾਣੀ ਐਂ ਲੱਗਦਾ ਕਿ ਇਹ ਸ਼ਾਇਦ ਜਿਵੇਂ ਇਹਨਾਂ ਨੇ ਕਹਾਣੀ ਲਿਖੀ ਹੋਈ ਹੈ ਵੀ ਹੁਣ ਵੀ ਜਿਹੜੇ ਬੱਚੇ ਬਾਹਰ ਜਾਂਦੇ ਨੇ, ਇਹਨਾਂ ਦੀ ਹਾਲਤ ਵੀ ਇਸ ਕਹਾਣੀ ਦੇ ਮੁੱਖ ਪਾਤਰ ਵਰਗੀ ਹੋ ਜਾਂਦੀ ਹੈ। ਇੱਕ ਚੀਜ਼ ਇਹ ਵੀ ਹੈ, ਜਦੋਂ ਆਪਾਂ ਵੈਸੇ ਨਾਰਮਲ ਗੱਲਾਂ ਕਰਦੇ ਹਾਂ ਨਾ, ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਜਿਹਨੇ ਜ਼ਿੰਦਗੀ 'ਚ ਤੁਹਾਡਾ ਕੀਤਾ ਹੁੰਦਾ ਉਹਦਾ ਤੁਹਾਨੂੰ ਕਰਨਾ ਚਾਹੀਦਾ ਹੈ ਨਾ, ਚਾਹੇ ਤੁਸੀਂ ਔਖੇ ਹੋ ਕੇ ਹੀ ਕਰੋ। ਪਰ ਮੈਨੂੰ ਲੱਗਦਾ ਕਿ ਹਰ ਬੰਦੇ ਦੀ ਪਹੁੰਚ 'ਚ ਸਾਰੀਆਂ ਚੀਜ਼ਾਂ ਵੀ ਨਹੀਂ ਹੋ ਸਕਦੀਆਂ ਹੈ ਨਾ। ਪੁਰਾਣਾ ਵਕਤ ਹੁੰਦਾ ਸੀਗਾ ਜਦੋਂ ਲੋਕਾਂ ਨੂੰ ਲੱਗਦਾ ਹੁੰਦਾ ਸੀ ਕਿ ਜੇ ਮੇਰਾ ਭਰਾ ਮੈਨੂੰ ਛੱਡ ਕੇ ਕਿਸੇ ਤੋਂ ਮੰਗਣ ਜਾਊਗਾ ਤਾਂ ਉਹਦੀ ਬੇਇੱਜ਼ਤੀ ਹੋਊਗੀ ਹੈ ਨਾ। ਤੇ ਇਹ ਜਿਹੜਾ ਹੁਣ ਦਾ ਨਵਾਂ ਦੌਰ ਆ, ਹੁਣ ਬੰਦੇ ਲਈ ਆਪਦੀਆਂ ਨਿੱਜੀ ਲੋੜਾਂ ਨੂੰ ਵੀ ਅਹਿਮੀਅਤ ਦੇਣੀ ਉਨੀ ਕੁ ਲਾਜ਼ਮੀ ਆ ਨਾ। ਤੁਹਾਡੇ ਬੱਚੇ ਨੇ ਜਿਹੜੇ, ਉਹਨਾਂ ਦੀਆਂ ਬਹੁਤ ਜ਼ਿਆਦਾ ਜ਼ਰੂਰਤਾਂ ਹੁੰਦੀਆਂ ਨੇ ਘਰ ਦੀਆਂ ਨਾਲ, ਜਾਂ ਜਿਵੇਂ ਆਪਾਂ ਕਹਿੰਦੇ ਵੀ ਸ਼ਹਿਰ 'ਚ ਆ ਕੇ ਬੰਦੇ ਦੀਆਂ ਲੋੜਾਂ ਹੋਰ ਵੱਧ ਜਾਂਦੀਆਂ ਨੇ, ਉੱਥੇ ਹਰ ਬੰਦੇ ਨੂੰ ਉਹਦੀ ਆਮਦਨ ਤਾਂ ਦਿਸੀ ਜਾਂਦੀ ਆ, ਉਹਦੇ ਖਰਚੇ ਨਹੀਂ ਦਿਸਦੇ ਹੈ ਨਾ। ਤੇ ਇੱਕ ਚੀਜ਼ ਹੋਰ ਹੈ ਕਿ ਆਪਾਂ ਜਿਵੇਂ ਮੈਂ ਪਿਛਲੇ ਹਫਤੇ ਨਾ ਕਿਸੇ ਦੇ ਘਰੇ ਗਈ, ਉਹ ਆਂਟੀ ਅੰਕਲ ਦੋਨੋਂ ਨੌਕਰੀ ਕਰਦੇ ਸੀਗੇ। ਉਹ ਕਹਿੰਦੇ ਵੀ ਸਾਡੀ ਇਹ ਸਮੱਸਿਆ ਸੀਗੀ ਵੀ ਸਾਡੇ ਪੂਰੇ ਪਰਿਵਾਰ 'ਚੋਂ ਅਸੀਂ ਉਹ ਦੋਵੇਂ ਜੀ ਜੋਬ ਕਰਦੇ ਸੀ, ਬਾਕੀ ਸਾਰੀ ਖੇਤੀਬਾੜੀ ਵਾਲੇ। ਕਹਿੰਦੇ ਉਹਨਾਂ ਨੂੰ ਇਹ ਲੱਗਿਆ ਸੀ ਕਿ ਸਾਡੇ ਬੱਚਿਆਂ ਦੇ ਵਿਆਹ ਹੋਣ ਤੱਕ ਵੀ ਸਾਨੂੰ ਪੈਲੀ 'ਚੋਂ ਠੇਕੇ ਦੀ ਜ਼ਰੂਰਤ ਨਹੀਂ ਹੈਗੀ। ਤੇ ਉਹਨਾਂ ਕਹਿੰਦੇ ਵੀ ਸਾਨੂੰ ਵੀ ਲੱਗਦਾ ਹੁੰਦਾ ਸੀ ਵੀ ਸਾਡੇ ਪਰਿਵਾਰ ਖੇਤੀਬਾੜੀ ਵਾਲੇ ਨੇ, ਜੇ ਅਸੀਂ ਠੇਕਾ ਨਹੀਂ ਵੀ ਲਵਾਂਗੇ ਤਾਂ ਕੋਈ ਵੱਡੀ ਗੱਲ ਨਹੀਂ। ਕਹਿੰਦੇ ਪਰ ਕਿਤੇ ਨਾ ਕਿਤੇ ਤਾਂ ਲੱਗਦਾ ਨਾ ਕਿ ਕਿਸੇ ਚੀਜ਼ ਤੇ ਤੁਹਾਡੀ ਮੇਰ ਆ ਤੇ ਉਹ ਤੁਹਾਡੀ ਆਪਣੀ ਬਣਦੀ ਆ। ਇਹ ਵਾਕਈ ਗੱਲ ਸੱਚੀ ਹੈ ਕਿ ਜਦੋਂ ਤੁਸੀਂ ਕਿਸੇ ਰੁਜ਼ਗਾਰ ਤੇ ਹੋ ਜਾਂਦੇ ਹੋ ਤਾਂ ਲੋਕਾਂ ਨੂੰ ਇਹੀ ਲੱਗਦਾ ਹੁੰਦਾ ਕਿ ਨਾ ਤਾਂ ਹੁਣ ਇਹਨੂੰ ਜਿਹੜੀ ਇਹਦੀ ਕੋਈ ਜੱਦੀ ਜਾਇਦਾਦ ਆ ਜਾਂ ਜੋ ਕੋਈ ਕੁਛ ਇਹਦੇ ਹਿੱਸੇ ਆਉਂਦਾ, ਨਾ ਹੁਣ ਇਹਨੂੰ ਸ਼ਾਇਦ ਉਹਦੀ ਜ਼ਰੂਰਤ ਆ, ਨਾ ਫਿਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪੈਲੀ 'ਚੋਂ ਠੇਕੇ ਜਾਂ ਹੈ ਨਾ, ਇਹ ਸਾਰੀਆਂ ਚੀਜ਼ਾਂ ਦੀ ਘਰ 'ਚੋਂ ਸਾਂਝੀ ਆਮਦਨ 'ਚੋਂ ਉਹਨੂੰ ਸ਼ਾਇਦ ਲੋਕੀ ਉਹਨਾਂ ਚਿਰ ਭੁੱਲ ਹੀ ਜਾਂਦੇ ਆ ਜਿੰਨਾ ਚਿਰ ਬੰਦਾ ਆਪ ਨਹੀਂ ਮੰਗਦਾ। ਇਹ ਹੁੰਦਾ ਆਪਣੇ ਨਾ ਪਿੰਡਾਂ ਦੇ ਵਿੱਚ ਰੁਪਿੰਦਰ, ਇਹ ਆਮ ਹੀ ਹੁੰਦਾ ਵੀ ਮੰਨ ਲਓ ਵੱਡਾ ਮੁੰਡਾ ਜਾਂ ਛੋਟਾ ਕੋਈ ਵੀ ਇੱਕ ਬੰਦਾ ਪੜ੍ਹ ਕੇ ਉਹ ਸ਼ਹਿਰ ਰਹਿਣ ਲੱਗ ਪਿਆ, ਨੌਕਰੀ ਕਰਨ ਲੱਗ ਪਿਆ। ਹੁਣ ਜੇ ਉਹ ਬੰਦਾ ਨੌਕਰੀ ਕਰੂਗਾ ਤਾਂ ਉਹ ਸ਼ਹਿਰ ਵੀ ਆ ਜਾਂਦੇ, ਮਤਲਬ ਮੋਸਟਲੀ ਸ਼ਹਿਰ ਆ, ਜ਼ਿਆਦਾਤਰ ਲੋਕ ਸ਼ਹਿਰ ਆ ਜਾਂਦੇ ਨੇ। ਤਾਂ ਪਿੰਡ ਵਾਲਿਆਂ ਨੂੰ ਜਿਹੜੇ ਉਹਨਾਂ ਦੀ ਜ਼ਮੀਨ ਸਾਂਭ ਰਹੇ ਹੁੰਦੇ ਨੇ, ਹਿੱਸੇ ਜੋ ਵੀ ਕਰ ਰਹੇ, ਉਹਨੂੰ ਲੱਗਦਾ ਹੁੰਦਾ ਕਿ ਸ਼ਹਿਰ ਵਾਲੇ ਕੋਲ ਤਾਂ ਬਹੁਤ ਪੈਸੇ ਆ, ਬਹੁਤ ਪੈਸੇ ਨੇ। ਤੇ ਉਹ ਸ਼ਹਿਰ ਵਾਲਾ ਇਹ ਸੋਚ ਰਿਹਾ ਹੁੰਦਾ ਮੇਰੇ ਇਹਨਾਂ ਨੇ ਮੈਨੂੰ ਪੜ੍ਹਾਇਆ ਲਿਖਾਇਆ, ਚੱਲ 5 ਸਾਲ 10 ਸਾਲ 7 ਸਾਲ ਜਿੰਨਾ ਚਿਰ ਇਹਨਾਂ ਦੀ ਕਬੀਲਦਾਰੀ ਜੀ ਨਹੀਂ ਸੈੱਟ ਹੁੰਦੀ ਉਹਨਾਂ ਚਿਰ ਮੈਂ ਨਹੀਂ ਹਿੱਸਾ ਲੈਂਦਾ ਇਹਨਾਂ ਤੋਂ ਨਾ। ਤੇ ਸ਼ਹਿਰ ਵਾਲਾ ਚਾਹੇ 10 ਸਾਲਾਂ ਬਾਅਦ ਪਿੰਡ ਜਾਵੇ, ਚਾਹੇ 15 ਸਾਲਾਂ ਬਾਅਦ ਜਾਵੇ, ਜਦੋਂ ਉਹ ਪਿੰਡ ਜਾ ਕੇ ਕਹੂਗਾ ਨਾ ਵੀ ਹਾਂ ਤੁਸੀਂ ਆਪਦੇ ਜਵਾਕ ਜੱਲੇ ਵਿਆਹ ਲਿਆ, ਹੁਣ ਤੁਸੀਂ ਮੈਨੂੰ ਮੇਰਾ ਹਿੱਸਾ ਦੇ ਦਿਓ, ਤਾਂ ਉਹਦੇ ਨਾਲ ਕਲੇਸ਼ ਪੈਣਾ ਹੁੰਦਾ। ਉਹਦੀ ਲੱਗਦਾ ਉਹਨਾਂ ਨੂੰ ਯਾਰ ਵੀ ਇਹ ਕਿਉਂ ਮੰਗਣ ਆ ਗਿਆ ਨਾ। ਇਹ ਇੱਕ ਅਸੀਂ ਇੱਕ ਧਾਰਨਾ ਬਣਾ ਲੈਂਦੇ ਹਾਂ ਵੀ ਜਿਹੜਾ ਬੰਦਾ ਨੌਕਰੀ ਕਰਦਾ ਵੀ ਉਹਦੇ ਕੋਲ ਤਾਂ ਬਹੁਤ ਪੈਸੇ ਨੇ, ਵੀ ਉਹ ਤਾਂ ਆਪਾਂ ਇਹ ਨਹੀਂ ਦੇਖਦੇ ਕਿ ਉਹਦੇ ਖਰਚੇ ਵੀ ਉਸ ਤਰੀਕੇ ਦੇ ਹੋ ਜਾਂਦੇ ਹਨ। ਇਹ ਚੀਜ਼ਾਂ ਆਪਾਂ ਆਮ ਆਪਣੇ ਪਰਿਵਾਰਾਂ 'ਚ ਹੰਡਾਉਂਦੇ ਹਾਂ, ਜਿਵੇਂ ਆਪਾਂ ਵੀ ਆਪਣੇ ਘਰਾਂ 'ਚ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੇ ਸਾਡੇ ਤਾਏ ਚਾਚੇ ਸ਼ਹਿਰਾਂ 'ਚ ਚਲੇ ਗਏ ਪਹਿਲਾਂ ਉੱਠ ਕੇ ਸਾਡੇ ਨਾਲੋਂ ਹੈ ਨਾ, ਜਾਂ ਆਪਾਂ ਜਿਵੇਂ ਨਿਕਲੇ ਤਾਂ ਉੱਥੇ ਪਿੱਛੇ ਬੈਠੇ ਲੋਕਾਂ ਨੂੰ ਐਂ ਲੱਗਦਾ ਹੁੰਦਾ ਕਿ ਸ਼ਾਇਦ ਇਹਨਾਂ ਕੋਲੇ ਬਹੁਤ ਕੁਛ ਆ, ਪਰ ਇਹ ਨਹੀਂ ਪਤਾ ਮੈਨੂੰ ਲੱਗਦਾ ਕਿ ਤਨਖਾਹ ਵਾਲੇ ਬੰਦੇ ਦੀਆਂ ਜਿੰਨੀਆਂ ਕਿਸ਼ਤਾਂ ਚੱਲਦੀਆਂ ਹੁੰਦੀਆਂ ਉਹਨਾਂ ਕਿਸਾਨੀ ਵਾਲੇ ਦੀਆਂ ਲਿਮਟਾਂ ਵੀ ਨਹੀਂ ਚੱਲਦੀਆਂ। ਇਹ ਹੁੰਦਾ ਜਦੋਂ ਆਪਾਂ ਨੂੰ ਇਹ ਵੀ ਹੋ ਜਾਂਦਾ ਨਾ, ਜਦੋਂ ਆਪਾਂ ਨੂੰ ਲੱਗਦਾ ਵੀ ਮੈਨੂੰ ਹੁਣ 70,000 ਰੁਪਏ ਜਾਂ 60,000 ਰੁਪਏ ਪੱਕਾ ਮਹੀਨੇ ਦਾ ਆਈ ਜਾਣਾ, ਆਪਾਂ ਖਰਚੇ ਵਧਾ ਲੈਂਦੇ ਆ ਆਪਦੇ। ਫਿਰ ਇਹ ਵੀ ਦੇਖੋ ਵੀ ਹੁਣ ਜਿਹੜਾ ਦੁੱਧ ਪਿੰਡ 'ਚ 50 ਰੁਪਏ ਕਿਲੋ ਮਿਲਦਾ, ਸ਼ਹਿਰ 'ਚ ਉਹ 70-80 ਰੁਪਏ ਕਿਲੋ ਮਿਲਦਾ, ਤੇ ਉਹ ਵੀ ਉਦੋਂ ਵੀ ਮਾੜਾ ਹੁੰਦਾ ਨਾ, ਉਸ ਤੋਂ ਵੀ ਮਾੜਾ। ਬਿਲਕੁਲ। ਤੇ ਹੁਣ ਜੇ ਆਪਾਂ ਆਮ ਹੀ ਆਪਣੇ ਘਰਾਂ 'ਚ ਕਹਿ ਦਿੰਦੇ ਹੁੰਦੇ ਆ ਵੀ ਯਾਰ ਮੁੱਲ ਦੀ ਚੀਜ਼ ਤੇ ਪੈਸਾ ਨਹੀਂ ਰਹਿੰਦੀ ਗੀ ਨਾ। ਹੁਣ ਘਰ ਦਾ 2 ਕਿਲੋ ਦੁੱਧ ਤੇ ਸ਼ਹਿਰ ਦਾ 5 ਕਿਲੋ ਬਰਾਬਰ ਜਿਹਾ ਹੁੰਦਾ ਇੱਕ ਨਾ।
ਇਹੋ ਜਿਹੇ ਹੋਰ ਵੀ ਕਿੰਨੇ ਖਰਚੇ ਹੋ ਜਾਂਦੇ ਨੇ, ਮਤਲਬ ਬਹੁਤ ਖਰਚੇ ਹੁੰਦੇ ਨੇ ਜਿਹੜੇ ਪਿੰਡਾਂ ਵਾਲਿਆਂ ਨੂੰ ਦਿਸਦੇ ਹੀ ਨਹੀਂ ਹੁੰਦੇ ਵੀ ਸ਼ਹਿਰਾਂ ਦੇ ਇਹ ਖਰਚੇ ਵੀ ਹੁੰਦੇ ਆ। ਸਾਡੇ ਮੈਨੂੰ ਇੱਕ ਗੱਲ ਯਾਦ ਆ ਗਈ, ਸਾਡੇ ਇੱਕ ਦੂਰ ਦੇ ਰਿਸ਼ਤੇਦਾਰ ਨੇ ਤੇ ਉਹ ਸਾਡੇ ਮੰਮੀ ਨੂੰ ਇਦਾਂ ਹੀ ਕਹਿਣ ਲੱਗੇ ਵੀ ਤੁਹਾਡੇ ਬੱਚੇ ਤਾਂ ਮਤਲਬ ਸ਼ਹਿਰ 'ਚ ਰਹਿੰਦੇ ਨੇ ਹਨਾ, ਵੀ ਨੌਕਰੀਆਂ ਕਰਦੇ ਨੇ ਤੇ ਉਹਨਾਂ ਕੋਲ ਤਾਂ ਬੜੇ ਪੈਸੇ ਹੋਣਗੇ। ਮੰਮੀ ਕਹਿੰਦੇ ਹਾਂ ਵੀ ਪੈਸੇ ਵੀ ਬੜੇ ਨੇ ਪਰ ਖਰਚੇ ਵੀ ਬੜੇ ਨੇ, ਕਹਿੰਦੇ ਮੂਲੀ ਦਾ ਪੱਤਾ ਤੱਕ ਵੀ ਖਰੀਦ ਕੇ ਖਾਣਾ ਪੈਂਦਾ। ਹਾਂ ਇਹ ਚੀਜ਼ਾਂ ਹੈਗੀਆਂ ਨੇ। ਤੇ ਇਸ ਜਿਹੜੀ ਕਹਾਣੀਆਂ ਨਿੱਕੀ ਬੁੱਢੀ ਤਾਂ ਥੋੜੀ ਸਾਰੀ ਇਸੇ ਚੀਜ਼ ਦੇ ਦਿਵਾਲੀ ਘੁੰਮਦੀ ਆ ਕਿ ਆਪਾਂ ਛੋਟੀ ਛੋਟੀ ਚੀਜ਼ ਵੀ ਆਪਾਂ ਵਾਕਈ ਇਹੀ ਚੀਜ਼ ਹੈ ਕਿ ਤੁਸੀਂ ਇੱਕ ਧਨੀਏ ਦਾ ਪੱਤਾ ਤੱਕ ਵੀ ਮੁੱਲ ਲੈ ਕੇ ਆਉਣਾ ਹਨਾ। ਤੇ ਕਹਾਣੀ ਵੀ ਜਿਵੇਂ ਇਹ ਚੀਜ਼ ਬਿਲਕੁਲ ਆ ਵੀ ਤੇਰਾ ਨਜ਼ਰੀਆ ਇਹਦੇ ਲਈ ਇਹੀ ਆ ਕਿ ਆਪਾਂ ਜਦੋਂ ਆਪਾਂ ਕਿਸੇ ਤੋਂ ਇੰਨੀਆਂ ਜ਼ਿਆਦਾ ਆਸਾਂ ਰੱਖ ਲੈਂਦੇ ਹਾਂ, ਹਰ ਬੰਦਾ ਹੀ ਰੱਖ ਲੈਂਦਾ ਫਿਰ ਉਸ ਬੰਦੇ ਤੋਂ। ਜੇ ਸਾਡੇ 10 ਜੀਆਂ ਚੋਂ ਇੱਕ ਜੀ ਬਾਹਰ ਚਲਿਆ ਗਿਆ, ਸਾਨੂੰ ਐਂ ਲੱਗੀ ਜਾਂਦਾ ਹੁੰਦਾ ਕਿ ਇਹ ਸਾਰੇ ਟੱਬਰ ਦਾ ਬੇੜਾ ਤਾਰੂਗਾ ਹੁਣ ਹਨਾ। ਨਾਲੇ ਪਿੰਦਰ ਆਪਾਂ ਇਹ ਵੀ ਨਹੀਂ ਸੋਚਦੇ ਨਾ ਵੀ ਆਪਾਂ ਹੁਣ 10 ਜਣੇ ਮੰਗਣ ਵਾਲੇ ਗਾਂ ਅਗਲਾ ਇੱਕ ਹੀ ਬੰਦਾ ਨਾ, ਉਹ ਕਿਹਨੂੰ ਦੇਊਗਾ ਤੇ ਕਿਹਨੂੰ ਜਵਾਬ ਦੇਊਗਾ, ਉਹ ਕੀ ਕਰੂਗਾ ਹਨਾ। ਤਾਂ ਹੁਣ ਜੇ ਲੱਖ ਰੁਪਏ ਤਨਖਾਹ ਹੋਵੇ ਇੱਕ ਬੰਦੇ ਦੀ, ਜੇ ਕੋਈ ਇੱਥੇ ਨੌਕਰੀ ਕਰਦਾ ਤਾਂ ਹੁਣ ਲੱਖ ਬੰਦਾ ਕਿਸੇ ਨੂੰ ਜ਼ਮੀਨ ਤਾਂ ਨਹੀਂ ਦਵਾ ਸਕਦਾ 5-7 ਕਿੱਲੇ ਬੈ ਹਨਾ। ਇਹ ਹੁੰਦਾ ਚਲੋ ਵੀ ਜੇ ਕੋਈ ਆਪਾਂ ਨੂੰ ਕੋਈ ਉਹ ਜੀ ਮੁਸੀਬਤ ਪੈਂਦੀ ਹੈਗੀ ਤੇ ਅਗਲਾ ਮਦਦ ਕਰਦਾ ਮਾੜੀ ਮੋਟੀ। ਹੁਣ ਆਪਣੇ ਇਹ ਸੱਚਾਈ ਆ। ਹੁਣ ਵੀ ਆਪਾਂ ਜੇ ਆਪਾਂ ਵਿਆਹ ਧਰਦੇ ਆ ਨਾ ਆਪਣੇ ਘਰੇ ਕੁੜੀ ਦਾ ਜਾਂ ਮੁੰਡੇ ਦਾ, ਤਾਂ ਆਪਾਂ ਉਹਨਾਂ ਰਿਸ਼ਤੇਦਾਰਾਂ ਤੋਂ ਪਹਿਲਾਂ ਹੀ ਆਸ ਰੱਖ ਲੈਂਦੇ ਆ ਵੀ ਯਾਰ ਇੰਨੇ ਕੁ ਉਹ ਤੋਂ ਫੜ ਲਾਂਗੇ, ਆਪਾਂ ਇੰਨੇ ਕੁ ਉਹ ਤੋਂ ਲੈ ਲਾਂਗੇ। ਜੇ ਆਪਾਂ ਕੋਈ ਸੌਦਾ ਲੈਣਾ, ਮਤਲਬ ਘਰ ਦਾ ਸੌਦਾ ਕਰਨਾ, ਕੋਈ ਜ਼ਮੀਨ ਲੈਣੀ ਆ, ਤਾਂ ਵੀ ਆਪਾਂ ਪਹਿਲਾਂ ਹੀ ਰੱਖ ਲੈਂਦੇ ਨੇ ਆਸ ਵੀ ਇਹ ਤੋਂ ਪੁੱਛ ਕੇ ਦੇਖਾਂਗੇ ਇੰਨੇ ਕੋ ਤਾਂ ਦੇਊਗਾ, ਉਹ ਤਾਂ ਲੱਗਿਆ ਪਿਆ ਹਨਾ। ਬਿਲਕੁਲ। ਤੇ ਜਦੋਂ ਅੱਗੋਂ ਗਾਂ ਉਹ ਵੀ ਫਸਿਆ ਬੈਠਾ ਹੁੰਦਾ, ਜਦੋਂ ਜਵਾਬ ਦੇ ਦਿੰਦਾ ਤੇ ਫਿਰ ਉਹ ਰਿਸ਼ਤੇਦਾਰੀ ਖਰਾਬ ਹੋ ਜਾਂਦੀ। ਪਰ ਕਹਾਣੀ 'ਚ ਉਹਦਾ ਸਨੇਹ ਜਿਹਾ ਬਹੁਤ ਸੀਗਾ। ਜਿਵੇਂ ਆਪਾਂ ਕਈ ਕਹਾਣੀਆਂ ਆਪਾਂ ਪੜ੍ਹਦੇ ਹਾਂ ਪਰ ਉਹ ਨਾ ਤੁਹਾਡੇ ਤੋਂ ਇਮੇਜਿਨ ਨਹੀਂ ਕੀਤੀਆਂ ਜਾਂਦੀਆਂ। ਇਹ ਕਹਾਣੀ ਇੰਨੀ ਸੋਹਣੀ ਸੀਗੀ, ਇੰਨੀ ਨਰੇਟ ਕੀਤੀ ਹੋਈ ਸੀਗੀ ਵੀ ਮੈਨੂੰ ਲੱਗਦਾ ਵੀ ਤੁਸੀਂ ਭੂਆ ਦੇ ਚਿਹਰੇ ਦੀਆਂ ਝੁਰੜੀਆਂ ਵੀ ਇਮੇਜਿਨ ਕਰ ਸਕਦੇ ਹੋ। ਇਹ ਤਾਂ ਇਹਨਾਂ ਦੀ ਗੁਰਬਚਨ ਸਿੰਘ ਦੀ ਮਤਲਬ ਭੁੱਲਰ ਸਾਹਿਬ ਦੀ ਇੱਕ ਖਾਸੀਅਤ ਆ। ਜਿਵੇਂ ਇਹਨਾਂ ਦੀ ਖੂਨ ਕਹਾਣੀ ਤੁਸੀਂ ਪੜ੍ਹੀ ਹੋਣੀ ਆ, ਖੂਨ ਕਹਾਣੀ ਹੋ ਗਈ। ਔਰ ਇਹੋ ਜਿਹੀਆਂ ਬਹੁਤ ਕਹਾਣੀਆਂ ਨੇ ਜਿਹੜੀਆਂ ਐਂ ਜਿਹਾ ਲੱਗਦਾ ਜਿਵੇਂ ਆਪਣੇ ਸਾਹਮਣੇ ਸਾਰਾ ਕੁਝ ਹੋਈ ਜਾਂਦਾ ਹੁੰਦਾ ਇਹਨਾਂ ਦੇ। ਜਿਵੇਂ ਉਹ ਜਦੋਂ ਲਿਖਦੇ ਨੇ ਕਿ ਉਹ ਬੰਬੀ ਚੱਲ ਰਹੀ ਆ ਤੇ ਉਹਦੀ ਘਰ ਵਾਲੀ ਉੱਥੇ ਕੱਪੜੇ ਧੋਂਦੀ ਆ, ਬੱਚੇ ਆਲੇ ਦੁਆਲੇ ਖੇਡਦੇ ਨੇ ਨਾ, ਉਹ ਪੂਰਾ ਸੀਨ ਤੁਸੀਂ ਇਮੇਜਿਨ ਕਰਦੇ ਹੋ। ਮੈਨੂੰ ਤਾਂ ਸੋਹਣੀ, ਜਦੋਂ ਤੁਸੀਂ ਦੱਸਿਆ ਨਾ ਵੀ ਤੁਸੀਂ ਰੋਟੀ ਬਣਾਈ ਖਾਧੀ, ਮੈਨੂੰ ਸੋਹਣਾ ਲੱਗੀ ਇਹ ਚੀਜ਼, ਕਿਉਂਕਿ ਨਾ ਪਾਰਟ ਜੇ ਉਹੀ ਵਧੀਆ ਹੁੰਦਾ, ਮਤਲਬ ਜਿਹੜੇ ਉਹਦੇ ਕਰੈਕਟਰ ਨੇ ਤੁਹਾਡੇ ਸਿਰ 'ਚ ਵੜ ਜਾਣੇ ਚਾਹੀਦੇ ਆ ਵੀ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਕੁਝ ਪੜ੍ਹਿਆ ਹਨਾ। ਵੀ ਜੇ ਤੁਸੀਂ ਪਾਤਰਾਂ ਨਾਲ ਗੱਲਾਂ ਹੀ ਨਹੀਂ ਕੀਤੀਆਂ ਗਈਆਂ, ਤੁਸੀਂ ਨਾਵਲ ਜਾਂ ਕਹਾਣੀ ਨੂੰ ਉਵੇਂ ਤੁਹਾਡੇ ਤੇ ਉਹਦਾ ਅਸਰ ਹੀ ਨਹੀਂ ਹੋਇਆ, ਤਾਂ ਫਿਰ ਤੁਸੀਂ ਕਿਤੇ ਨਾ ਕਿਤੇ ਨਾ ਉਸ ਚੀਜ਼ 'ਚ ਪ੍ਰੋਪਰ ਭੇਜਦੇ ਨਹੀਂ ਹੈਗੇ। ਮੈਂ ਜਿਵੇਂ ਆਪਾਂ ਕਈ ਵਾਰੀ ਗੱਲਾਂ ਕਰਦੇ ਹੁੰਦੇ ਨਾ ਕਿ ਆਪਾਂ ਨੂੰ ਬਚਪਨ 'ਚ ਬਹੁਤ ਘੱਟ ਚੀਜ਼ਾਂ ਯਾਦ ਰਹਿੰਦੀਆਂ ਨੇ, ਜਾਂ ਤਾਂ ਜਿਹੜਾ ਕੋਈ ਵੱਡਾ ਹਾਦਸਾ ਉਹ ਯਾਦ ਰਹਿ ਜੂ, ਜਾਂ ਤੁਹਾਡੇ ਨਾਲ ਕੋਈ ਬੜੀ ਚੰਗੀ ਘਟਨਾ ਹੈ ਨਾ, ਵੀ 10 ਸਾਲ ਦੀ ਉਮਰ ਤੋਂ ਪਹਿਲਾਂ ਦੀਆਂ ਮੈਮਰੀਜ਼ ਨੇ ਜਿਹੜੀਆਂ ਸਾਡੇ ਦਿਮਾਗ 'ਚੋਂ ਚਲੀਆਂ ਜਾਂਦੀਆਂ ਨੇ। ਤਾਂ ਮੈਂ ਜਦੋਂ ਕਹਾਣੀ ਪੜ੍ਹ ਰਹੀ ਸੀ, ਉਹ ਲਿਖਦਾ ਹੈ ਕਿ ਕਿਵੇਂ ਮੇਰੀ ਭੂਆ ਆ ਕੇ ਮੇਰੀ ਮਾਂ ਨਾਲ ਕੰਮ ਕਰਾਉਂਦੀ ਸੀ ਤੇ ਘਰ 'ਚ ਸਾਰਾ ਦਿਨ ਭਾਬੋ ਤੇ ਬੀਬੀ ਹੁੰਦੀ ਰਹਿੰਦੀ ਸੀ। ਬਹੁਤ ਸੋਹਣਾ ਦਿਖਾਇਆ ਉਹਨਾਂ ਦੋਵਾਂ ਦਾ ਰਿਸ਼ਤਾ, ਬਹੁਤ ਸੋਹਣਾ ਦਿਖਾਇਆ ਉਹਨਾਂ। ਤੇ ਮੇਰੇ ਇੱਕ ਮਾਸੀ ਨੇ ਜਿਹੜੇ ਮੇਰੇ ਸਕੇ ਚਾਚਾ ਜੀ ਨੂੰ ਵਿਆਹੇ ਹੋਏ ਨੇ ਹਨਾ, ਤੇ ਮੇਰੇ ਕੋਈ ਮਾਮਾ ਜੀ ਨਹੀਂ ਹੈਗੇ, ਤੇ ਉਹ ਮੇਰੇ ਮਾਸੀ ਸਾਡੇ ਨਾਨਕੇ ਰਹਿੰਦੇ ਸੀਗੇ, ਮੇਰੇ ਚਾਚਾ ਜੀ ਤੇ ਮਾਸੀ। ਤੇ ਮੇਰੇ ਭੂਆ ਜੀ ਉੱਥੇ ਜਾਂਦੇ ਹੁੰਦੇ ਸੀ ਸਾਡੇ ਨਾਨਕੇ ਛੁੱਟੀਆਂ 'ਚ, ਜਦੋਂ ਅਸੀਂ ਵੀ ਗਏ ਹੋਣਾ, ਤੇ ਉਹਨਾਂ ਨੇ ਮੇਰੇ ਮਾਸੀ ਨਾਲ ਸਾਰਾ ਦਿਨ ਕੰਮ ਕਰਾਈ ਜਾਣਾ। ਤੇ ਉਹ ਸੀਨ ਮੈਨੂੰ ਬਿਲਕੁਲ ਉੱਦਾਂ ਹੀ ਯਾਦ ਆਇਆ ਕਿ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀ, ਕਿਵੇਂ ਉਹ ਕਦੀ ਗਲੋਟੇ ਕਰਨ ਲੱਗ ਜਾਂਦੇ ਸੀ, ਕਦੀ ਉਹਨਾਂ ਨੇ ਕਹਿਣਾ ਲਿਆਓ ਬਿਸਤਰਿਆਂ ਨੂੰ ਧੁੱਪ ਲਵਾ ਦਈਏ, ਇਹੋ ਜਿਹੀਆਂ ਚੀਜ਼ਾਂ। ਮਤਲਬ ਨਾ ਵੀ ਉਦੋਂ ਇਹ ਵੀ ਦਿਖਾਉਂਦਾ, ਇਹ ਕਹਾਣੀ 'ਚ ਇਹ ਵੀ ਹੈ ਕਿ ਟੱਬਰਾਂ ਦਾ ਕਿੰਨਾ ਤਪਾਕ ਹੁੰਦਾ ਸੀਗਾ ਆਪਸ ਵਿੱਚ ਹੈ ਨਾ, ਕਿੰਨਾ ਸਨੇਹ ਹੁੰਦਾ ਸੀ ਨਨਾਣ ਭਰਜਾਈਆਂ ਦਾ। ਹੁਣ ਦਾ ਜਿਹੜਾ ਸਮਾਂ ਹੈ ਉਹ ਥੋੜਾ ਜਿਹਾ ਹੋਰ ਤਰੀਕੇ ਦਾ ਹੋ ਗਿਆ। ਆਪਾਂ ਚਾਹੇ ਵਹੀਕਲਾਂ ਵਾਲੇ ਹੋ ਗਏ ਆ, ਪਰ ਅੱਜ ਕੱਲ ਆਪਾਂ 1 ਜਾਂ 2 ਦਿਨ ਤੋਂ ਵੱਧ ਕਿਸੇ ਰਿਸ਼ਤੇਦਾਰ ਦੇ ਘਰ ਨਹੀਂ ਜਾਂਦੇ। ਅੱਗੇ ਬੱਸ ਚੜ ਕੇ ਜਾਣ ਦਾ ਵੀ ਕਿੰਨਾ ਚਾਅ ਹੁੰਦਾ ਸੀ। ਅੱਗੇ ਨਾ ਚਾਅ ਹੀ ਇਸੇ ਕਰਕੇ ਹੁੰਦਾ ਸੀ ਰੁਪਿੰਦਰ, ਅੱਗੇ ਨਾ ਆਪਾਂ ਦੂਰ ਰਹਿੰਦੇ ਸੀਗੇ, ਹੁਣ ਆਪਣੇ ਕੋਲੇ ਫੋਨ ਆ ਗਏ, ਆਪਾਂ ਨੂੰ ਹਰਜਾਨਾ ਪਤਾ ਲੱਗੀ ਜਾਂਦਾ ਵੀ ਕਿੱਥੇ ਕੀ ਹੋ ਜਾਂਦਾ, ਕਿੱਥੇ ਕੀ ਹੋ ਜਾਂਦਾ ਨਾ। ਤਾਂ ਜਿਹੜੀ ਕਿਸੇ ਨੂੰ ਮਿਲਣਾ ਗੱਲਾਂ ਕਰਨਾ, ਇੱਕ ਆਪਣੇ ਅੰਦਰ ਹੁੰਦਾ ਨਾ ਉਤਸ਼ਾਹ ਜਿਹਾ ਹੁੰਦਾ, ਉਹ ਖਤਮ ਆ, ਕਿਉਂਕਿ ਆਪਾਂ ਨੂੰ ਪਤਾ ਹੀ ਲੱਗੀ ਜਾਂਦਾ। ਸਵੇਰੇ ਵੀ ਫੋਨ ਤੇ ਪਤਾ ਲੱਗ ਜਾਂਦਾ ਵੀ ਇੱਥੇ ਰਿਸ਼ਤੇਦਾਰੀ ਜਾ, ਕੋਈ ਸ਼ਾਮ ਨੂੰ ਵੀ ਪਤਾ ਲੱਗ ਜਾਂਦਾ। ਅੱਗੇ 3-3 ਮਹੀਨੇ 4-4 ਮਹੀਨੇ ਬੰਦੇ ਮਿਲਦੇ ਨਹੀਂ ਸੀ, 6-6 ਮਹੀਨੇ ਨਹੀਂ ਮਿਲਦੇ ਸੀਗੇ। ਪਹਿਲਾਂ ਜੇ ਚਿੱਠੀ ਪਹਿਲਾਂ ਤਾਂ ਚਿੱਠੀ ਲਿਖਣੀ, ਆਪਣਾ 10 ਦਿਨਾਂ 'ਚ ਚਿੱਠੀ ਪਹੁੰਚਦੀ ਹੁੰਦੀ ਸੀਗੀ, ਫਿਰ 2-4 ਦਿਨ ਸੋਚਣਾ ਅਗਲੇ ਨੇ ਜਵਾਬ ਲਿਖੀਏ ਇਹਦਾ, ਫਿਰ ਉਹ ਲਿਖਦਾ ਸੀ 4 ਦਿਨਾਂ 'ਚ, ਫਿਰ 10 ਦਿਨਾਂ 'ਚ ਵਾਪਸ ਜਾਂਦੀ ਸੀਗੀ। ਮਤਲਬ ਆਪਣੀ ਕਈ ਹੋਈ ਗੱਲ ਦਾ ਜਿੱਥੇ ਆਪਾਂ ਨੂੰ ਹੁਣ ਮਤਲਬ ਮਿੰਟ ਤੋਂ ਵੀ ਪਹਿਲਾਂ ਪਤਾ ਲੱਗ ਜਾਂਦਾ, ਜਵਾਬ ਮਿਲ ਜਾਂਦਾ, 15-15 ਦਿਨ ਜਵਾਬ ਨਹੀਂ ਮਿਲਦਾ ਹੁੰਦਾ ਸੀਗਾ ਨਾ, ਤੇ ਕਿੰਨੀਆਂ ਗੱਲਾਂ ਇਕੱਠੀਆਂ ਹੋ ਜਾਂਦੀਆਂ ਸੀਗੀਆਂ। ਬੰਦਾ ਇੱਕੋ ਚਿੱਠੀ ਨੂੰ ਕੱਢ ਕੇ 10-10 ਵਾਰ ਪੜ੍ਹਦਾ ਸੀ। ਹੁਣ ਕੁਝ ਇਕੱਠਾ ਤਾਂ ਹੁੰਦਾ ਹੀ ਨਹੀਂ, ਗੱਲਾਂ ਤਾਂ ਆਪਾਂ ਇਕੱਠੀਆਂ ਹੋਣ ਹੀ ਨਹੀਂ ਦਿੰਦੇਗੇ। ਮਤਲਬ ਕੋਈ ਵੀ ਘਰੇ ਗੱਲ ਹੁੰਦੀ ਆਪਾਂ ਨਾਲ ਦੀ ਨਾਲ ਮੈਸੇਜ ਉਹਦੀ ਮਾਰਦੇ ਆ ਨਾ, ਤਾਂ ਉਹ ਜਿਹੜਾ ਫੀਲ ਜਿਹਾ ਹੁੰਦਾ ਸੀ ਉਹ ਚੀਜ਼ ਉਹ ਖਤਮ ਹੋ ਗਿਆ ਇੰਨਾ ਕਰਕੇ। ਤੇ ਦੂਜੀ ਕਹਾਣੀ ਆ ਜਿਵੇਂ ਦੀਵੇ ਵਾਂਗ ਬਲਦੀ ਅੱਖ ਨਾ, ਇਹ ਕਹਾਣੀ ਤਾਂ ਬਹੁਤ ਮੈਨੂੰ ਲੱਗਦਾ ਹਰ ਬੰਦੇ ਨੇ ਪੜ੍ਹੀ ਹੋਊਗੀ ਸ਼ਾਇਦ ਹਨਾ। ਤੇ ਇਹ ਕਹਾਣੀ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕਿ ਅੱਜ ਤੋਂ 10-15 ਸਾਲ ਤੱਕ ਪਹਿਲਾਂ ਵੀ ਪਿੰਡਾਂ 'ਚ ਆਪਾਂ ਜਦੋਂ ਅਸੀਂ ਛੋਟੇ ਸੀ, ਅਸੀਂ ਵੀ ਬਹੁਤ ਸਾਰੇ ਘਰ ਪਿੰਡਾਂ 'ਚ ਐਵੇਂ ਦੇ ਦੇਖਦੇ ਸੀਗੇ ਜਿਨ੍ਹਾਂ ਦੇ ਜੇ 5-6 ਮੁੰਡੇ ਹੁੰਦੇ ਸੀ ਤਾਂ ਉਹਦੇ 'ਚੋਂ 2 ਜਾਂ 3 ਵਿਆਹੇ ਹੁੰਦੇ ਸੀਗੇ ਹਨਾ। ਤੇ
ਇਸ ਕਹਾਣੀ 'ਚ ਐਂ ਹੀ ਲੱਗਦਾ ਕਿ ਉਹ ਮਤਲਬ ਪੰਜਾਬ ਦਾ ਹੀ ਇੱਕ ਚਿੱਤਰਨ ਆ ਵੀ ਜਦੋਂ ਜਾਂ ਤਾਂ ਥੋੜ੍ਹੀਆਂ ਜ਼ਮੀਨਾਂ ਕਰਕੇ ਮੁੰਡਿਆਂ ਦੇ ਰਿਸ਼ਤੇ ਨਹੀਂ ਸੀ ਹੁੰਦੇ, ਜਾਂ ਫਿਰ ਕਹਿ ਲਈਏ ਕਿ ਆਪਾਂ ਕਿਸੇ ਕੱਜ ਜਾਂ ਸ਼ਕਲ ਕਰਕੇ ਹੈ ਨਾ ਵੀ ਇੱਦਾਂ ਰਿਸ਼ਤੇ ਨਹੀਂ ਸੀ ਹੁੰਦੇ। ਤੇ ਇਹ ਕਹਾਣੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਦੱਸੋ ਕਿ ਇਸ ਕਹਾਣੀ ਦਾ ਪੂਰਾ ਤਾਣਾ ਬਾਣਾ ਕੀ ਹੈ। ਇਹ ਕਹਾਣੀ ਰੁਪਿੰਦਰ ਇਹ ਵੀ ਜਿਵੇਂ ਤੁਸੀਂ ਕਿਹਾ ਹੀ ਹੈ ਵੀ ਆਪਣੇ ਹੈ ਤਾਂ ਆਪਣੇ ਸਮਾਜ ਦੀ ਕਹਾਣੀ ਆ ਵੀ 3 ਭਰਾ ਹੁੰਦੇ ਨੇ, ਉਹਨਾਂ ਚੋਂ ਇੱਕ ਦਾ ਵਿਆਹ ਨਹੀਂ ਹੁੰਦਾ ਗਿਆ, ਉਹ ਛੜਾ ਹੁੰਦਾ, 2 ਵਿਆਹੇ ਹੁੰਦੇ ਆ। ਉਹਨਾਂ ਦੀ ਇੱਕ ਜਿਹੜੀ ਉਹ ਭਾਬੀ ਹੁੰਦੀ ਹੈ ਮਹਿੰਦਰ ਕੌਰ, ਉਹ ਜਿਵੇਂ ਆਪਾਂ ਨਹੀਂ ਕਹਿੰਦੇ ਹੁੰਦੇ ਵੀ ਟੂਣੇ ਹਾਰੀਆਂ ਔਰਤਾਂ ਹੈ ਨਾ, ਉਹ ਟੂਣੇ ਹਾਰੀ ਔਰਤ ਆ ਇੱਕ ਤਰ੍ਹਾਂ ਨਾਲ। ਉਹ ਇੰਨੇ ਕੁ ਜ਼ਿਆਦਾ ਮਤਲਬ ਇੰਨੀ ਕੁ ਤੇਜ਼ ਆ ਉਹ ਵੀ, ਉਹਦੀ ਅੱਖ ਉਹਦੀ ਜ਼ਮੀਨ ਤੇ ਆ ਵੀ ਜ਼ਮੀਨ ਇਹਦੀ ਮੈਂ ਲੈਣੀ ਹੈ ਨਾ। ਤਾਂ ਇਸ ਕਹਾਣੀ ਦੀ ਖੂਬਸੂਰਤੀ ਮੈਨੂੰ ਇਸ ਚੀਜ਼ ਦੀ ਕਹਾਣੀ ਦੀ ਖੂਬਸੂਰਤੀ ਇਹ ਲੱਗਦੀ ਹੁੰਦੀ ਹੈ। ਇੱਕ ਤਾਂ ਇਹ ਆਪਣੇ ਕਿਸਾਨੀ ਜੀਵਨ ਨਾਲ ਜੁੜੀ ਹੋਈ ਹੈ ਨਾ, ਉਹੀ ਆਪਣੇ ਘਰਾਂ 'ਚ ਹੁੰਦਾ ਹੀ ਸੀ ਐਂ ਸਾਰਾ ਕੁਛ ਹੈ ਨਾ ਵੀ ਜਿਹੜਾ ਕੋਈ ਛੜਾ ਬੰਦਾ ਹੈਗਾ ਵੀ ਉਹਦੀ ਪੈਲੀ ਦਾ ਲਾਲਚ ਹੁੰਦਾ ਦੂਜੇ ਦੋਵਾਂ ਭਰਾਵਾਂ ਨੂੰ। ਤੇ ਚਲੋ ਹੌਲੀ ਹੌਲੀ ਉਹਨਾਂ ਦਾ ਮਾਂ ਪਿਓ ਮਰ ਜਾਂਦੇ ਨੇ ਜਿਹੜੇ ਮੁੱਖ ਪਾਤਰ ਨੇ, ਤਾਂ ਉਹ ਅੱਡ ਹੋਣੇ ਹੁੰਦੇ ਜਿਵੇਂ ਆਪਣੇ ਹੁਣ ਵੀ ਭਰਾ ਅੱਡ ਹੁੰਦੇ ਹੀ ਨੇ ਘਰਾਂ ਹੈ ਨਾ। ਤਾਂ ਪੰਚਾਇਤ ਇਕੱਠੀ ਹੁੰਦੀ ਆ, ਤਾਂ ਜਿਹੜੀ ਉਹ ਮਹਿੰਦਰ ਕੌਰ ਹੁੰਦੀ ਆ ਉਹ ਇੱਕ ਬਹੁਤ ਵੱਡਾ ਝੂਠ ਬੋਲਦੀ ਆ। ਇੰਨਾ ਵੱਡਾ ਝੂਠ ਬੋਲਦੀ ਆ ਵੀ ਜਿਹਦਾ ਪੰਚਾਇਤ ਨੂੰ ਵੀ ਪਤਾ ਹੁੰਦਾ ਵੀ ਝੂਠ ਆ, ਪਰ ਫਿਰ ਵੀ ਕੁਝ ਨਹੀਂ ਕਰ ਸਕਦੇ ਕਿ ਨਾ। ਉਹਦੇ ਜਦੋਂ ਅਖੀਰ ਤੇ ਸਾਰੀ ਗੱਲਬਾਤ ਹੁੰਦੀ ਹੈ, ਪੰਚਾਇਤ ਪੁੱਛਦੀ ਹੈ ਵੀ ਹੁਣ ਇਹਦਾ ਭਾਈ ਕਿਵੇਂ ਕਰੀਏ ਨਾ, ਉਹ ਅੱਡੋ ਅੱਡੀ ਸਾਰੇ ਪੰਚਾਇਤ ਵਾਲੇ ਕਹਿੰਦੇ, ਕੋਈ ਕਹਿੰਦਾ ਵੀ ਇਹਨੂੰ ਇਹਦੇ ਨਾਲ ਕਰ ਦਿਓ, ਕੋਈ ਕਹਿੰਦਾ ਇਹਨੂੰ ਇਕੱਲਾ ਠੀਕ ਹੈ ਜਾਂ ਕਿਵੇਂ ਵੀ। ਤਾਂ ਉਹ ਜਵਾਕ ਚੁੱਕਦੀ ਆ ਜਿਹੜਾ ਉਹ ਰੱਖ ਦਿੰਦੀ ਆ, ਕਹਿੰਦੀ ਆ ਇਹਦਾ ਹੀ ਜਵਾਕ ਆ ਨਾ। ਤੇ ਪਤਾ ਪੰਚਾਇਤ ਨੂੰ ਵੀ ਹੁੰਦਾ ਵੀ ਇਹਦਾ ਜਵਾਕ ਤਾਂ ਹੈ ਨਹੀਂ ਗਿਆ, ਮਤਲਬ ਉਹਦਾ ਜੇਠ ਲੱਗਿਆ ਉਹ, ਪਰ ਉਹ ਜ਼ਮੀਨ ਦੀ ਮਾਰੀ ਕਿੰਨੇ ਸੋਹਣੇ ਤਰੀਕੇ ਨਾਲ ਝੂਠ ਬੋਲਦੀ ਆ। ਤਾਂ ਇਹੀ ਸਾਰੀ ਕਹਾਣੀ ਹੈ, ਇਹਦੀ ਖੂਬਸੂਰਤੀ ਹੈ ਕਹਾਣੀ ਦੀ ਵੀ। ਆਪਣੇ ਕਿਸਾਨੀ ਜੀਵਨ ਨਾਲ ਸੰਬੰਧਿਤ ਆ। ਆਪਣੇ ਘਰਾਂ 'ਚ ਆਪਾਂ ਵੇਹਣੀ ਹੁੰਦੇ ਆ ਵੀ ਜਿਹਦਾ ਕੋਈ ਨਹੀਂ ਵਿਆਹ ਹੋਇਆ ਹੁੰਦਾ ਉਹਦੀ ਜ਼ਮੀਨ ਪਿੱਛੇ ਕੀ ਕੁਛ ਹੁੰਦਾ ਨਾ, ਉਹੀ ਮੈਨੂੰ ਵੀ ਇਹੀ ਲੱਗਿਆ ਸੀਗਾ ਕਿ ਜਿਵੇਂ ਹੁਣ ਤੋਂ ਜਿਵੇਂ ਮੈਂ ਕਿਹਾ ਵੀ ਆਪਾਂ ਛੋਟੇ ਵੀ ਹੁੰਦੇ ਸੀ, ਉਦੋਂ ਵੀ ਆਪਾਂ ਦੇਖਦੇ ਹੁੰਦੇ ਸੀ ਟੱਬਰਾਂ 'ਚ ਕਿ 1-2 ਮੁੰਡੇ ਜਣੇ ਇੱਦਾਂ ਹੈ ਨਾ ਜਿਨ੍ਹਾਂ ਦਾ ਵਿਆਹ ਨਹੀਂ ਸੀ ਹੋਇਆ ਹੁੰਦਾ। ਤੇ ਉਹ ਜਦੋਂ ਘਰ ਦੇ ਅੱਡ ਹੋਣੇ, ਤਾਂ ਮੈਨੂੰ ਲੱਗਦਾ ਵੀ ਉਹਨੂੰ ਹਰ ਇੱਕ ਨੂੰ ਹੁੰਦਾ ਸੀ ਵੀ ਆਪਦੇ ਵੱਲ ਖਿੱਚੀਏ ਹੈ ਨਾ, ਵੀ ਇਹ ਸਾਡੇ ਨਾਲ ਰਲ ਜੇ। ਜਿਹਦੇ ਨਾਲ ਬੰਦਾ ਰਲ ਗਿਆ ਜਾਂ ਜਿਹਦੇ ਨਾਲ ਬੰਦਾ ਰਹਿ ਗਿਆ, ਇਹਦਾ ਮਤਲਬ ਜਿਹੜੀ ਜ਼ਮੀਨ ਜਾਇਦਾਦ ਆ ਸਾਰੀ ਉਸੇ ਟੱਬਰ ਦੇ ਜਵਾਕਾਂ ਨੂੰ ਜਾਊਗੀ ਅੱਗੋਂ ਹੈ ਨਾ। ਤੇ ਮੈਨੂੰ ਇਹ 'ਚ ਜਿਵੇਂ ਇੱਕ ਜਗ੍ਹਾ ਤੇ ਉਹਨਾਂ ਨੇ ਇੱਕ ਸੀਨ ਲਿਖਿਆ ਕਿ ਉਹ ਬੰਦਾ ਜਿਹੜਾ ਵਿਆਹਿਆ ਨਹੀਂ ਹੋਇਆ ਹੈ ਨਾ, ਉਹ ਚਾਹੁੰਦਾ ਕਿ ਉਹਦੀ ਭਰਜਾਈ ਨਾਲ ਉਹਦਾ ਐਵੇਂ ਦਾ ਕੋਈ ਰਿਸ਼ਤਾ ਹੋਵੇ ਮੀਆਂ ਬੀਵੀ ਵਾਲਾ ਹੈ ਨਾ, ਜਾਂ ਜੋ ਬੰਦੇ ਤੀਵੀਂ ਦਾ ਕੋਈ ਰਿਸ਼ਤਾ। ਤੇ ਉਹ ਮਤਲਬ ਉੱਥੇ ਉਹ ਲਿਖਦਾ ਵੀ ਉਹ ਬਹੁਤ ਚਲਾਕ ਹੁੰਦੀ ਆ ਤੇ ਉਹ ਮਤਲਬ ਇਸ ਰਿਸ਼ਤੇ ਨਾਲ ਉਹਦੇ ਅੱਗੇ ਸਹਿਮਤੀ ਨਹੀਂ ਜਤਾਉਂਦੀ ਹੈ ਨਾ। ਪਰ ਜਦੋਂ ਗੱਲ ਉਹਦੀ ਜਾਇਦਾਦ ਤੇ ਆਉਂਦੀ ਆ, ਅਖੀਰ ਤੇ ਆਉਂਦੀ ਆ, ਤਾਂ ਮੈਨੂੰ ਜਿਵੇਂ ਤੂੰ ਕਿਹਾ ਕਿ ਉਹ ਬੜਾ ਵੱਡਾ ਝੂਠ ਬੋਲਦੀ ਹੈ, ਜਿਹੜਾ ਸਾਰੇ ਲੋਕਾਂ ਨੂੰ ਪਤਾ ਹੁੰਦਾ ਕਿ ਉਹ ਬੱਚਾ ਜਿਹੜਾ ਜਿਹਦਾ ਨਾਂ ਲੈ ਕੇ ਉਹ ਧਰਦੀ ਹੈ ਕਿ ਇਹ ਨਿਆਣਾ ਉਹ ਜਿਹੜਾ ਛੜਾ ਤੇਰਾ ਹੈ ਹਨਾ, ਛੜੇ ਦਾ ਹੈ ਉਹਦਾ ਹਾਂ। ਤੇ ਉਹ ਮੈਨੂੰ ਲੱਗਦਾ ਕਿ ਮੈਂਗਲ ਹੁੰਦਾ ਉਹਦਾ ਨਾਮ, ਮੈਨੂੰ ਲੱਗਦਾ ਮੈਂਗਲ। ਮੈਨੂੰ ਲੱਗਿਆ ਕਿ ਉੱਥੇ ਜਿਵੇਂ ਮੈਨੂੰ ਇਹ ਚੀਜ਼ ਸਮਝ ਆਈ ਕਿ ਉਹ ਨਿਆਣਾ ਉੱਥੇ ਰੱਖ ਰਹੀ ਆ, ਉਹਨੂੰ ਕਹਿ ਰਹੀ ਆ ਵੀ ਜੇ ਤੇਰਾ ਨਿਆਣਾ ਤਾਂ ਤੂੰ ਇਹਨੂੰ ਹਿੱਕ ਨਾਲ ਲਾ ਲਾ, ਨਹੀਂ ਤਾਂ ਮਤਲਬ ਐਂ ਹੁੰਦਾ ਵੀ ਨਹੀਂ ਤਾਂ ਕਲੰਕੀ ਆ ਇੱਕ ਤਰ੍ਹਾਂ ਨਾਲ ਹੈ ਨਾ। ਤੇ ਉਹ ਨਿਆਣੇ ਨੂੰ ਚੁੱਕ ਕੇ ਹਿੱਕ ਨਾਲ ਲਾ ਲੈਂਦਾ ਆਪਦੀ ਨਾਲ ਕਿ ਹਾਂ ਇਹ ਮੇਰਾ ਹੀ ਬੱਚਾ ਹੈ ਨਾ, ਮੇਰੀ ਭਰਜਾਈ ਨੇ ਜਿਹੜਾ ਨਿਆਣਾ ਰੱਖਿਆ ਉਹ ਮੇਰਾ ਹੀ ਜਵਾਕ ਹੈ। ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਲੇਖਕ ਕਹਿਣਾ ਚਾਹੁੰਦਾ ਕਿ ਉਸ ਅਖੀਰ ਤੇ ਉਸ ਜਨਾਨੀ ਨੇ ਉਹਦੇ ਨਾਲ ਆਪਦੇ ਛੜੇ ਜੇਠ ਨਾਲ ਸਹਿਮਤੀ ਜਤਾਈ ਕਿ ਜੇ ਤੂੰ ਮੇਰੇ ਵੱਲ ਆਉਣਾ ਤਾਂ ਤੇਰਾ ਤੇ ਮੇਰਾ ਇਹ ਰਿਸ਼ਤਾ ਬਣ ਸਕਦਾ। ਉਹਦੇ 'ਚ ਨਾ ਹਾਂ ਪਤਾ ਕੀ ਰੁਪਿੰਦਰ, ਜਿਹੜਾ ਸਾਹਿਤ ਹੁੰਦਾ ਨੇ ਬਹੁਤ ਪਰਤੀ ਹੁੰਦਾ, ਇਹ ਹਰੇਕ ਪਾਠਕ ਆਪਣੇ ਆਪਣੇ ਨਜ਼ਰੀਏ ਤੋਂ ਦੇਖਦਾ। ਤੇ ਕਈ ਵਾਰੀ ਪਾਠਕ ਕਿਸੇ ਲਿਖਤ 'ਚ ਇਹੋ ਜਿਹਾ ਕੁਝ ਕੱਢ ਲੈਂਦਾ ਜਿਹੜਾ ਲੇਖਕ ਨੂੰ ਵੀ ਨਹੀਂ ਪਤਾ ਹੁੰਦਾ, ਲਿਖਣ ਵਾਲੇ ਨੂੰ ਹੈ ਨਾ। ਹੁਣ ਉਹਦੇ 'ਚ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਉਹ ਜਿਹੜਾ ਉਹ ਛੜਾ ਜੇਠ ਹੁੰਦਾ ਨਾ, ਉਹ ਪਹੁੰਚ ਕਰਦਾ ਆਪਣੀ ਭਰਜਾਈ ਤੱਕ, ਤਾਂ ਉਹਨੂੰ ਨਕਾਰ ਦਿੰਦੀ ਆ ਇਸ ਤਰੀਕੇ ਵੀ ਮੈਂ ਤੇਰੇ ਨਾਲ ਇਸ ਰਿਸ਼ਤੇ 'ਚ ਨਹੀਂ ਆ ਸਕਦੀ ਨਾ। ਪਰ ਉਹਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਲੋੜ ਆ ਇਸ ਰਿਸ਼ਤੇ ਦੀ, ਤੇ ਮੇਰੇ 'ਚ ਰੁਚੀ ਲੈ ਰਿਹਾ ਹੈ ਨਾ, ਕਿਉਂਕਿ ਉਹਦੀ ਹੁੰਦੀ ਤਾਂ ਉਹਦੀ ਦਰਾਣੀ ਹੋਰ ਵੀ ਹੈਗੀ, ਪਰ ਉਧਰ ਨਹੀਂ ਜਾ ਰਿਹਾ ਹੁੰਦਾ ਨਾ। ਤਾਂ ਇਸੇ ਕਰਕੇ ਮੈਂ ਕਿਹਾ ਵੀ ਟੂਣੇ ਹਾਰੀਆਂ ਔਰਤ ਜਿਹੜੀ ਹੈ ਨਾ ਲਿਖਿਆ ਵੀ ਉਹ ਇੱਕ ਚਲਾਕ ਔਰਤ ਆ ਜਿਹੜੀ ਜ਼ਮੀਨ ਵੀ ਲੈਣਾ ਚਾਹੁੰਦੀ ਹੈ, ਜਿਵੇਂ ਆਪਣੇ ਕਹਿੰਦੇ ਉਂਗਲਾਂ ਦੇ ਨਚਾਉਣ ਵਾਲਾ ਕੰਮ ਕਰਦੀ ਹੈ ਉਹ ਨਾ। ਤਾਂ ਉਹ ਰਿਸ਼ਤੇ ਨੂੰ ਸਹਿਮਤੀ ਵੀ ਨਹੀਂ ਦਿੰਦੀ ਹੈਗੀ, ਪਰ ਉਹਨੂੰ ਉਹ ਇੱਕ ਕਹਿ ਦਈਏ ਵੀ ਆਪਾਂ ਇੱਕ ਲਾਰਾ ਜਿਹਾ ਵੀ ਲਾਈ ਰੱਖਦੀ ਹੈ ਵੀ ਸ਼ਾਇਦ ਮਾੜਾ ਮੋਟਾ ਹੋ ਜਾਏ ਨਾ। ਆਪਣੇ ਪੰਜਾਬੀ ਦੇ ਆਪਾਂ ਜੇ ਦੇਖਿਆ ਜਾਵੇ ਤਾਂ ਗੀਤਾਂ 'ਚ, ਗਾਣਿਆਂ 'ਚ, ਲੋਕ ਗੀਤਾਂ 'ਚ ਇਹੋ ਜਿਹੇ ਰਿਸ਼ਤਿਆਂ ਬਾਰੇ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਹੋਇਆ। ਆਪਣੀ ਲੋਕਧਾਰਾ ਦੇ ਵਿੱਚ ਬਹੁਤ ਗੱਲ ਹੁੰਦੀ ਹੈ ਇਹਨਾਂ ਚੀਜ਼ਾਂ ਦੀ। ਤਾਂ ਆਖਿਰ ਤੇ ਜਦੋਂ ਹੁਣ ਉਹਦਾ ਮਾਂ ਪਿਓ ਮਰ ਜਾਂਦੇ ਨੇ, ਤਾਂ ਅੱਡ ਹੋਣ ਵਾਸਤੇ ਵੀ ਉਹੀ ਕਹਿੰਦੀ ਵੀ ਆਪਾਂ ਅੱਡ ਹੋਈਏ ਹੁਣ। ਉਹ ਤੇਜ਼ ਹੁੰਦੀ ਹੈ ਸਭ ਤੋਂ ਜ਼ਿਆਦਾ, ਮਹਿੰਦਰ ਕੌਰ ਨੇ ਜਿਹੜੀ ਭਰਜਾਈ ਹੁੰਦੀ ਆ, ਉਹੀ ਸਾਰਾ ਕੁਝ ਜਿੰਨਾ ਵੀ ਤਾਣਾ ਬਾਣਾ ਬੁਣਦੀ, ਜੋ ਵੀ ਮਾਹੌਲ ਸਿਰਜਿਆ ਜਾਂਦਾ ਉਹੀ ਕਰਦੀ ਸਾਰਾ। ਇੱਕ ਤਰ੍ਹਾਂ ਨਾਲ ਕਹਾਣੀ ਦੀ ਮੁੱਖ ਪਾਤਰ ਹੀ ਉਹ ਆ। ਤਾਂ ਜਦੋਂ ਅਖੀਰ ਤੇ ਪੰਚਾਇਤ ਹੁੰਦੀ ਆ, ਉਹ ਅੱਡ ਹੁੰਦੇ ਆ, ਤਾਂ ਪੰਚਾਇਤ ਪੁੱਛਦੀ ਆ ਵੀ ਭਾਈ ਤੂੰ ਦੱਸ ਭਾਈ ਕਿਵੇਂ ਕਰਨਾ, ਤੂੰ ਕਿੱਥੇ ਰਹਿਣਾ ਹੈ ਨਾ। ਤਾਂ ਉਹ ਵੀ ਉਲਝਿਆ, ਜਿਵੇਂ ਆਪਾਂ ਨੂੰ ਆਏ ਨਹੀਂ ਹੁੰਦੇ ਕਿ ਵੀ ਜਿੱਥੇ ਜਿਵੇਂ ਰੱਖ ਲਓਗੇ ਠੀਕ ਆ ਵੀ ਮੈਂ ਤਾਂ ਰੋਟੀ ਖਾਣੀ ਆ। ਉਹਦੀ ਇਹ ਧਾਰਨਾ ਸੀ ਕਿ
ਜਿਹੜੀ ਉਹਦੀ ਦੂਜੀ ਭਰਜਾਈ ਸੀਗੀ ਉਹ ਕਹਦੀ ਵੀ ਇੰਨੀ ਤੇਜ਼ ਨਹੀਂ ਸੀਗੀ, ਉਹ ਥੋੜੀ ਜਿਹੀ ਜਿਵੇਂ ਆਪਣੀ ਹੁੰਦੀਆਂ ਵੀ ਕਹਦੀ ਆਪਾਂ ਸਧਾਰਨ ਔਰਤ ਸੀ, ਬਾਹਲੀ ਤੇਜ਼ ਨਹੀਂ ਸੀਗੀ। ਤਾਂ ਉੱਥੇ ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਉਹਨੇ ਜਵਾਕ ਚੱਕ ਵੀ ਲਿਆ ਉਹ ਕਹਿੰਦੀ ਵੀ ਜੇ ਤੇਰਾ ਜਵਾਕ ਹੈ ਤਾਂ ਤੂੰ ਸਹੁੰ ਖਾ ਖਣੀ ਚੱਕ ਲੈ, ਐਵੇਂ ਜੇ ਬੋਲਦੀ ਹੈ ਕੁਛ ਅਖੀਰ ਤੇ ਨਾ। ਉਹ ਮਤਲਬ ਉਹ ਦੱਸਦੇ ਨੇ ਵੀ ਨਿਸ਼ਾਨ ਸਾਹਿਬ ਵੱਲੋਂ ਕਰਕੇ ਹੱਥ ਤੇ ਉਹਨੂੰ ਚੱਕ ਲੈਂਦਾ ਜਵਾਕ ਨੂੰ ਹਨਾ। ਤਾਂ ਮੈਨੂੰ ਲੱਗਦਾ ਉੱਥੇ ਉਹ ਇਹ ਸੋਚਦਾ ਹੁੰਦਾ ਵੀ ਯਾਰ ਜ਼ਮੀਨ ਤਾਂ ਮੇਰੀ ਕਿਸੇ ਨਾ ਕਿਸੇ ਨੂੰ ਜਾਣੀ ਹੈ ਵੀ ਜੇ ਇਹ ਮੈਨੂੰ ਭਰੀ ਪੰਚਾਇਤ 'ਚ ਸਹਿਮਤੀ ਦੇ ਰਹੀ ਤੇ ਮੈਂ ਜਵਾਬ ਕਿਉਂ ਦੇਵਾਂ ਹਨਾ। ਤੇ ਨਹੀਂ ਤਾਂ ਜਵਾਬ ਵੀ ਦੇ ਸਕਦਾ ਸੀਗਾ। ਹੁਣ ਉੱਥੇ ਦੋ ਤਿੰਨ ਚੀਜ਼ਾਂ ਮੇਰੇ ਧਿਆਨ 'ਚ ਆਉਂਦੀਆਂ ਨੇ। ਇੱਕ ਤਾਂ ਇਹ ਆਪਾਂ ਨੂੰ ਕਹਾਣੀ ਪੜ੍ਹਦਾ ਉਹਨੂੰ ਪਤਾ ਲੱਗਦਾ ਕਿ ਉਹ ਬੱਚਾ ਉਹਦਾ ਨਹੀਂ ਹੁੰਦਾ, ਉਹਦੇ ਸਹੀ ਪਿਓ ਦਾ ਹੀ ਬੱਚਾ ਹੁੰਦਾ ਹਨਾ। ਤੇ ਜਦੋਂ ਪੰਚਾਇਤ 'ਚ ਬੋਲਦੀ ਪਤਾ ਪੰਚਾਇਤ ਨੂੰ ਵੀ ਲੱਗ ਜਾਂਦਾ ਵੀ ਇਹ ਝੂਠੀ ਆ, ਪਰ ਉਹ ਪੰਚਾਇਤ ਕੋਲ ਹੁੰਦਾ ਕੁਝ। ਹੁਣ ਇਹ ਸਭ ਤੋਂ ਵੱਡਾ ਇੱਕ ਔਰਤ ਵਾਸਤੇ ਇਹੀ ਕਲੰਕ ਆ ਵੀ ਉਹ ਭਰੀ ਪੰਚਾਇਤ 'ਚ ਇਹ ਸਵੀਕਾਰ ਕਰੇ ਵੀ ਮੇਰਾ ਰਿਸ਼ਤਾ ਮੇਰੇ ਜੇਠ ਨਾਲ ਪਤੀ ਵਾਲਾ ਰਿਸ਼ਤਾ ਹੀ ਮੇਰਾ ਨਾ। ਪਰ ਉਹ ਇਹ ਕਲੰਕ ਨੂੰ ਮਤਲਬ ਨਕਾਰਦੀ ਹੋਈ ਬੇਫਿਕਰੀ ਨਾਲ ਕਿੱਡੀ ਜੁਰਤ ਨਾਲ ਕਹਿੰਦੀ ਆ, ਉਹ ਸਵੀਕਾਰ ਕਰਦੀ ਉਹ ਰਿਸ਼ਤੇ ਨੂੰ। ਤਾਂ ਉਹ ਜ਼ਮੀਨ ਦੀ ਮਾਰੀ ਸਾਰਾ ਕੁਝ ਕਰਦੀ ਆ। ਉਹ ਸਾਰੀ ਕਹਾਣੀ ਇੱਥੇ ਜੁੜੀ ਹੋਈ ਆ ਨਾ ਵੀ ਉਹ ਜਿਹੜੀ ਮਹਿੰਦਰ ਕੌਰ ਇੱਕ ਔਰਤ ਆ ਵੀ ਉਹ ਕਿੰਨੀ ਤੇਜ਼ ਆ ਤੇ ਜ਼ਮੀਨ ਲੈਣ ਦੀ ਮਾਰੀ ਉਹ ਕੀ ਕੁਛ ਕਰਦੀ ਆ। ਉਹਦੇ 'ਚ ਮੈਂ ਪੜ੍ਹਿਆ ਵੀ ਸੀਗਾ ਕਿਤੇ, ਸ਼ਾਇਦ ਮੈਂ ਇਹ ਕਹਾਣੀ ਜਿਹਨਾਂ ਆਲੋਚਨਾ ਪੜ੍ਹੀ ਸੀ, ਪਤਾ ਨਹੀਂ ਕਿੱਥੇ ਪੜ੍ਹਿਆ ਸੀਗਾ। ਉਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਜਿਵੇਂ ਆਪਾਂ ਨੇ ਕਹਿੰਦੇ ਚਰਿੱਤਰ ਕਰਦੀਆਂ ਔਰਤਾਂ, ਵੀ ਉਹ ਇੱਕ ਚਰਿੱਤਰ ਕਰਨ ਵਾਲੀ ਔਰਤ ਸੀਗੀ। ਜਿਵੇਂ ਤੂੰ ਮੈਨੂੰ ਉਸ ਦਿਨ ਕਿਰਪਾਲ ਕਜਾਕ ਉਹਨਾਂ ਦੀ ਇੱਕ ਕਿਤਾਬ ਭੇਜੀ ਸੀ ਵੀ ਉਹਦੇ 'ਚ ਵੱਖਰੇ ਵੱਖਰੇ ਸੱਭਿਆਚਾਰ 'ਚ ਕਿਵੇਂ ਹਰ ਇੱਕ ਚੀਜ਼ ਨੂੰ ਹੀ ਵੱਖਰੇ ਢੰਗ ਨਾਲ ਹਨਾ ਆਪਾਂ ਦੇਖਦੇ ਹਾਂ ਵੀ ਕਿਤੇ ਜਿਵੇਂ ਜਦੋਂ ਮੈਂ ਨਾ ਨੰਗੀ ਧੁੱਪ ਦੇ ਉੱਤੇ ਸਕ੍ਰਿਪਟ ਲਿਖੀ ਸੀ ਤਾਂ ਉਹਦੇ 'ਚ ਲਿਖਿਆ ਸੀ ਕਿ ਜੇ ਪੰਜਾਬ 'ਚ ਕੋਈ 17-18 ਸਾਲ ਦੀ ਕੁੜੀ ਆ ਜਿਹੜੀ ਅਲੱਗ ਜਾ ਕੇ ਰਹਿਣ ਲੱਗ ਜਾਵੇ ਤਾਂ ਉਹ ਪੂਰੇ ਖਾਨਦਾਨ ਦੀ ਬਦਨਾਮੀ ਹੋ ਜਾਂਦੀ ਆ ਹਨਾ। ਤੇ ਜੇ ਉਹ ਕਹਿੰਦੇ ਵੀ USA 'ਚ ਜਿਸ ਵਕਤ ਉਹ ਗਏ ਸੀਗੇ, ਅੱਜ ਤੋਂ ਕੋਈ ਮਤਲਬ 60 ਸਾਲ ਪਹਿਲਾਂ ਦੀ ਗੱਲ ਤਾਂ ਹੋਣੀ ਹੋਈ ਆ, ਵੀ ਉੱਥੇ 18 ਸਾਲ ਤੋਂ ਵੱਡੀ ਕੁੜੀ ਜੇ ਆਪਦੇ ਮਾਪਿਓ ਨਾਲ ਰਹਿੰਦੀ ਆ ਤਾਂ ਉੱਥੇ ਉਹ ਬਦਨਾਮੀ ਵਾਲੀ ਗੱਲ ਹੈ ਹਨਾ। ਤਾਂ ਸੇਮ ਜਦੋਂ ਮੈਂ ਕਿਰਪਾਲ ਕਜਾਕ ਉਹਨਾਂ ਵਾਲੀ ਕਿਤਾਬ ਥੋੜੀ ਜਿਹੀ ਪੜ੍ਹੀ, ਪੂਰੀ ਤਾਂ ਮੈਂ ਨਹੀਂ ਪੜ੍ਹੀ, ਤੇ ਉਹਦੇ 'ਚ ਵੀ ਇਹੀ ਸੀ ਵੀ ਕਿਤੇ ਕੋਈ ਚੀਜ਼ ਜਿਹੜੀ ਕਿੰਨੀ ਪਾਬੰਦੀ 'ਚ ਆ ਤੇ ਕਿੱਥੇ ਉਹੀ ਚੀਜ਼ ਆ ਜਿਹੜੀ ਕਿੰਨੀ ਖੁੱਲ੍ਹ 'ਚ ਆ ਹਨਾ। ਜਿਵੇਂ ਇਹ ਗੱਲ ਤੂੰ ਕਹੀ ਕਿ ਉਹ ਸਵੀਕਾਰ ਕਰ ਲੈਂਦੀ ਆ ਭਰੀ ਪੰਚਾਇਤ 'ਚ, ਤੇ ਜਨਾਨੀ ਤੇ ਬੜਾ ਵੱਡਾ ਕਲੰਕ ਹੁੰਦਾ ਕਿ ਕਿਸੇ ਦੂਜੇ ਬੰਦੇ ਨਾਲ ਆਪਣਾ ਰਿਸ਼ਤਾ ਹਨਾ ਮਤਲਬ ਸਵੀਕਾਰ ਕਰਨਾ। ਤੇ ਐਵੇਂ ਮੈਂ ਕਿਸੇ ਤੋਂ ਸੁਣਿਆ ਸੀ ਕਿ ਹਿਮਾਚਲ ਦੇ ਵਿੱਚ ਇੱਕ ਪ੍ਰਥਾ ਹੀ ਆ ਕਿ ਉੱਥੇ ਜੇ 5 ਮੁੰਡੇ ਨੇ ਤਾਂ ਉਹਨਾਂ 'ਚੋਂ ਇੱਕੋ ਮੁੰਡਾ ਵਿਆਹਿਆ ਜਾਊਗਾ ਹਨਾ। ਤੇ ਜਿਹੜੀ ਕੋਈ ਜਨਾਨੀ ਆ ਉਹ ਬਾਕੀਆਂ ਦੀ ਘਰ ਵਾਲੀ ਵੀ ਮੰਨੀ ਜਾਊਗੀ। ਅਸੀਂ ਦੇਖ ਕੇ ਆਏ, ਮੈਂ ਉਹ ਵਿਆਹ ਵੀ ਦੇਖਿਆ ਸੀ। ਸ਼ਾਇਦ ਮੈਨੂੰ ਲੱਗਦਾ ਤੁਹਾਡੇ ਉਹਦੇ ਤੋਂ ਹੀ ਕਿਤੋਂ ਸੁਣਿਆ ਜਾਂ ਪੜਿਆ ਹੋਊਗਾ। ਕੀ ਉਹਨੂੰ ਬੋਲਦਾ ਕਹਿੰਦੇ ਆਹ ਬਹੁਪਤੀ ਪ੍ਰਥਾ ਬੋਲਦੇ ਆ। ਜਿਵੇਂ ਮਤਲਬ ਆਪਣੇ ਤਾਂ ਇਹ ਹੁੰਦਾ ਵੀ ਬੰਦਾ ਇੱਕ ਤਾਂ ਦੋ ਵਿਆਹ ਕਰਾ ਲੈਂਦਾ, 3 ਵਿਆਹ ਕਰਵਾ ਲੈਂਦਾ ਨਾ, 3 ਘਰ ਵਾਲੀਆਂ ਰੱਖ ਲਈਆਂ ਜਾਂ 2 ਰੱਖ ਲਈਆਂ। ਉੱਥੇ ਉਹਨਾਂ ਦਾ ਇਹੀ ਸਿਸਟਮ ਹੈ ਇੱਕੋ ਹੀ ਮੁੰਡਾ ਵਿਆਹ ਕਰਵਾਊਗਾ। ਉਹ 5 ਭਰਾ ਨੇ, ਉਹ 4 ਨੇ ਜਾਂ 3 ਨੇ, ਉਹ ਸਾਰਿਆਂ ਦੀ ਸਾਂਝੀ ਪਤਨੀ ਬਣ ਕੇ ਰਹਿੰਦੀ ਹੈ। ਇਹ ਹੈਗੀ ਨਾ ਉਹਦਾ ਸਪਿਤੀ ਵਾਲੇ ਇਲਾਕੇ 'ਚ ਇਹ ਪ੍ਰਥਾ ਹੈਗੀ ਆ ਹੁਣ ਵੀ, ਕੁਝ ਕਬੀਲੇ ਨੇ ਇਦਾਂ ਦੇ। ਪਰ ਮੈਨੂੰ ਲੱਗਦਾ ਕਿ ਜਨਾਨੀਆਂ ਦੀ ਦਸ਼ਾ ਇਸ ਢੰਗ ਨਾਲ ਕਿੰਨੀ ਮਾੜੀ ਆ ਹਲੇ ਤੱਕ ਵੀ ਹਨਾ। ਹਾਂ ਇਹਨਾਂ ਨਾਲ ਰੁਪਿੰਦਰ ਕੀ ਹੁੰਦਾ ਵੀ ਸਾਨੂੰ ਜਦੋਂ ਸਾਨੂੰ ਪਤਾ ਲੱਗਦਾ ਨਾ ਸਾਡੇ ਵਾਸਤੇ ਇਹ ਚੀਜ਼ ਮਾੜੀ, ਅਸੀਂ ਫੇਰ ਹੀ ਅਹਿਸਾਸ ਕਰਦੇ ਹਾਂ। ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਗਿਆ ਵੀ ਸਾਡਾ ਸ਼ੋਸ਼ਣ ਕਿਸ ਤਰੀਕੇ ਨਾਲ ਹੋ ਰਿਹਾ ਤਾਂ ਉਹਨੂੰ ਫੀਲ ਹੀ ਨਹੀਂ ਕਰਦੇ, ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ। ਬਿਲਕੁਲ। ਤੇ ਇੱਥੇ ਵੀ ਮੈਨੂੰ ਐਂ ਲੱਗਦਾ ਵੀ ਕਈ ਵਾਰੀ ਅਸੀਂ ਕਿਸੇ ਜਾਇਦਾਦ ਲਈ ਅਸੀਂ ਕਿੰਨੇ ਜ਼ਿਆਦਾ ਲੋਭੀ ਹੋ ਜਾਂਦੇ ਹਾਂ ਹਨਾ, ਵੀ ਉਹਨੇ ਆਪਣੇ ਕਿਰਦਾਰ ਨੂੰ ਵੀ ਥੱਲੇ ਸੁੱਟਤਾ। ਤੇ ਇੱਕ ਇਹਦੇ 'ਚ ਜਿਵੇਂ 1-2 ਲਾਈਨਾਂ ਮੈਨੂੰ ਇੰਨੀਆਂ ਜ਼ਿਆਦਾ ਪਸੰਦ ਆਈਆਂ, ਉਹ ਵਾਕਈ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੜਾ ਸਾਨੂੰ ਜੱਟਾਂ ਨੂੰ ਬਹੁਤ ਭੰਡਦੇ ਨੇ ਲੋਕ ਹਨਾ। ਮੈਨੂੰ ਲੱਗਦਾ ਕਿ ਇਹ 'ਚ ਕੋਈ ਭੰਡਣ ਵਾਲੀ ਗੱਲ ਨਹੀਂ, ਸ਼ਾਇਦ ਸਾਡੇ ਪਾਸੇ ਵੀ ਆ ਕੇ ਕੋਈ ਦੇਖਦਾ ਨਹੀਂ ਹੈਗਾ ਕਿ ਜੱਟ ਕਮਿਊਨਿਟੀ ਦੇ ਹਾਲਾਤ ਵੀ ਕੀ ਨੇ ਹਨਾ। ਜਿਵੇਂ ਅੱਜ ਕੱਲ੍ਹ ਆਪਾਂ ਕਿਸੇ ਵੀ ਕਮਿਊਨਿਟੀ 'ਚ ਰਿਸ਼ਤਾ ਕਰਨ ਜਾਵਾਂਗੇ ਤਾਂ ਉੱਥੇ ਕੋਈ ਤੁਹਾਨੂੰ ਇਹ ਨਹੀਂ ਪੁੱਛਦਾ ਵੀ ਤੇਰੇ ਕੋਲ ਸਿਆੜ ਕਿੰਨੇ ਨੇ, ਤੁਸੀਂ ਇਹ ਦੱਸ ਦੋਗੇ ਮੇਰੇ ਕੋਲ ਕਾਰੋਬਾਰ ਆ, ਇਹ ਮੇਰੇ ਕੋਲ ਫਲਾਣੀ ਚੀਜ਼ ਆ, ਤੇ ਉੱਥੇ ਰਿਸ਼ਤੇ ਹੋ ਜਾਂਦੇ ਨੇ। ਅਸੀਂ ਜਿਹੜੇ ਲੋਕ ਆ ਅੱਜ ਤੱਕ ਵੀ ਸਾਡੀ ਸਥਿਤੀ ਇਹ ਆ ਕਿ ਚਾਹੇ ਤੁਹਾਡੇ 10 ਟਰੱਕ ਚੱਲਦੇ ਹੋਣਗੇ ਪਰ ਜੇ ਤੁਹਾਡੇ ਕੋਲ ਜ਼ਮੀਨ ਨਹੀਂ ਤਾਂ ਤੁਸੀਂ ਹੌਲੇ ਹੀ ਹੋ ਹਨਾ। ਜਿਵੇਂ ਉਹਨੇ ਲਿਖਿਆ ਕਿ ਜੱਟ ਦਾ ਭਾਰ ਨਹੀਂ ਹੁੰਦਾ, ਜੱਟ ਦੀ ਜ਼ਮੀਨ ਦਾ ਭਾਰ ਹੁੰਦਾ ਹਨਾ। ਤੇ ਉਹ ਕਹਿੰਦੇ ਵੀ ਹੁਣ ਵੀ ਇਹੀ ਚੀਜ਼ ਆ ਕਿ ਜਿਹੜੇ ਬੰਦੇ ਕੋਲ ਪੈਲੀ ਨਹੀਂ ਹੈਗੀ ਲੋਕ ਉਹਨੂੰ ਗਿਣਦੇ ਹੀ ਨਹੀਂ ਹੈਗੇ। ਸਾਡੇ ਪਿੰਡਾਂ 'ਚ ਵੀ ਆਪਾਂ ਜਦੋਂ ਕਿਸੇ ਦੇ ਘਰ ਬਾਰੇ ਪੁੱਛਦੇ ਹਾਂ ਪਰਿਵਾਰ ਕਿਵੇਂ ਦਾ, ਉਹ ਸ਼ੁਰੂ ਇੱਥੋਂ ਕਰਨਗੇ ਬਹੁਤ ਚੰਗਾ 10-15 ਕਿੱਲੇ ਪੈਲੀ ਆਉਂਦੀ ਆ ਹਨਾ। ਤੇ ਇਹ ਸਾਡੀ ਕਿੱਡੀ ਵੱਡੀ ਤਰਾਸਦੀ ਆ ਦੇਖ ਲੈ। ਇਹ ਤਾਂ ਰਿਸ਼ਤਾ ਤਾਂ ਬਹੁਤ ਨੇੜੇ ਦਾ ਰਿਸ਼ਤਾ ਜੱਟ ਦਾ ਤੇ ਜ਼ਮੀਨ ਦਾ ਨਾ, ਜਾਂ ਆਪਾਂ ਕਹਿੰਦੇ ਕਿਸਾਨ ਤੇ ਜ਼ਮੀਨ ਵੀ ਕਹਿ ਦੀ ਤਾਂ ਵੀ। ਹੁਣ ਇਹ ਆਪਣੇ ਦੇਖਦੇ ਆਪਾਂ ਸਮਾਜ ਆਪਣੇ ਕਿੰਨੇ ਕਤਲ ਹੁੰਦੇ ਨੇ, ਕਿੰਨੀਆਂ ਮਤਲਬ ਹੋਰ ਜਿਹੜੀਆਂ ਮਤਲਬ ਸਮਾਜ ਦੇ ਸਾਹਮਣੇ ਲੋਕਵੇਂ ਤਰੀਕੇ ਨਾਲ ਹੋਰ ਕਿੰਨਾ ਕੁਝ ਹੁੰਦਾ ਜਿਹੜਾ ਜ਼ਮੀਨਾਂ ਦੇ ਲਾਲਚ ਲਈ ਜਾਂ ਜ਼ਮੀਨਾਂ ਖੋਹਣ ਲਈ ਹੁੰਦਾ ਨਾ। ਤਾਂ ਇਹ ਸਮੱਸਿਆਵਾਂ ਤਾਂ ਇਹ ਤਾਂ ਹੈਗਾ ਵੀ ਜਦੋਂ ਸ਼ੁਰੂ ਤੋਂ ਆਪਾਂ ਜਿੰਨਾ ਮਰਜ਼ੀ ਇਤਿਹਾਸ ਪੜ੍ਹ ਲਈਏ ਨਾ, ਜ਼ਮੀਨਾਂ ਪਿੱਛੇ ਬਹੁਤ ਕੁਝ ਹੋਇਆ, ਘਰ ਉਜੜੇ ਵੀ ਬਹੁਤ ਨੇ, ਘਰ ਵਸੇ ਵੀ ਨੇ, ਰਿਸ਼ਤੇ ਵੀ ਬਹੁਤ ਖਰਾਬ ਹੋਏ ਨੇ ਨਾ। ਤਾਂ ਹੁਣ ਬਹੁਤ ਗੱਲਾਂ ਆਪਾਂ ਇੱਥੇ ਕਹਿ ਨਹੀਂ ਸਕਦੇ ਕਿਉਂਕਿ ਉਹਦੀ ਵਿਰੋਧਤਾ ਹੋ ਜਾਂਦੀ ਹੈ ਨਾ ਉਹਨਾਂ ਗੱਲਾਂ ਦੀ। ਪਰ ਜੇ ਆਪਾਂ ਪੁਰਾਣਾ ਲਿਟਰੇਚਰ ਪੜ੍ਹੀਏ ਆਪਣਾ, ਉਹਦੇ 'ਚ ਬਹੁਤ ਕੁਝ ਪਿਆ।
ਹੁਣ ਇੱਕ ਜੇ ਵੇਖੀਏ ਇਹ ਵੀ ਹੁੰਦਾ ਸੀਗਾ ਪਹਿਲਾਂ ਤਾਂ ਆਪਾਂ ਕਿਤਾਬਾਂ 'ਚ ਪਿਆ ਹੀ ਸਾਰਾ ਕੁਝ ਵੀ ਜੇ 5 ਭਰਾ ਨੇ ਉਹ 'ਚੋਂ 2 ਵਿਆਹੇ ਨੇ ਹਨਾ, 3 ਛੜੇ ਨੇ, ਉਹ ਕੁਆਰੇ ਵੀ ਨੇ, ਆਪਾਂ ਕਹਿੰਦਾ ਛੜੇ ਨੇ। ਤਾਂ ਜਿਹੜੀਆਂ 2 ਨੂੰਹਾਂ ਹੁੰਦੀਆਂ ਉਹਨਾਂ ਦੀ ਮਾਵਾਂ ਵੀ ਸਹਿਮਤ ਹੁੰਦੀਆਂ ਵੀ ਤੁਸੀਂ ਜੇ ਤੁਹਾਡੇ ਦੂਜੇ ਜਿਹੜੇ ਛੜੇ ਨੇ ਜੇ ਕਿਸੇ ਤਰੀਕੇ ਨਾਲ ਕਾਬੂ ਆਉਂਦੇ ਤਾਂ ਕਰ ਲਓ, ਉਹਨਾਂ ਦੀ ਜ਼ਮੀਨ ਤੁਹਾਨੂੰ ਮਿਲ ਜੂਗੀ। ਵੀ ਇੱਥੋਂ ਤੱਕ ਵੀ ਜ਼ਮੀਨਾਂ ਨੂੰ ਲੈ ਕੇ ਕੰਪਰੋਮਾਈਜ਼ ਹੁੰਦੇ ਆ। ਬਿਲਕੁਲ। ਤੇ ਇਹ ਕਹਾਣੀ ਇਹੀ ਚੀਜ਼ ਤਾਂ ਦਿਖਾ ਰਹੀ ਹੈ ਹਨਾ ਕਿ ਮਤਲਬ ਕਿਤੇ ਇਸ ਜਗ੍ਹਾ ਤੇ ਦਿਖਾਇਆ ਗਿਆ ਕਿ ਇੱਥੇ ਉਸ ਜਨਾਨੀ ਦੀ ਸਹਿਮਤੀ ਨਹੀਂ ਹੈਗੀ, ਪਰ ਉਹਨੇ ਇੱਕ ਚਾਲ ਚੱਲ ਕੇ ਉਹਨੂੰ ਆਪਣੇ ਵੱਲ ਕਰ ਲਿਆ ਹਨਾ। ਹੁਣ ਇਸੇ ਕਰਕੇ ਤਾਂ ਕਹਿੰਦੇ ਵੀ ਸ਼ੁਰੂ ਦੇ ਵਿੱਚ ਜਿੱਥੋਂ ਜਿਹੜਾ ਜਿਵੇਂ ਇਹਦਾ ਨਾਮ ਹੈਗਾ ਨਾ ਦੀਵੇ ਵਾਂਗ ਬਲਦੀ ਅੱਖ, ਸ਼ੁਰੂ 'ਚ ਜਿੱਥੋਂ ਦੋਨੇ ਜਣੇ ਉਹ ਇੱਕ ਦੂਜੇ ਨੂੰ ਦੇਖਦੇ ਤਾਂ ਉੱਥੇ ਉਹ ਵੈਸੇ ਤਾਂ ਘੁੰਡ ਕੱਢਿਆ ਹੁੰਦਾ, ਕਿਉਂਕਿ ਜਿਹੜੇ ਸਮੇਂ ਦੀ ਕਹਾਣੀ ਉਦੋਂ ਔਰਤਾਂ ਘੁੰਡ ਕੱਢਦੀਆਂ ਸੀਗੀਆਂ, ਪਰ ਘੁੰਡ ਦੇ ਵਿੱਚ ਦੀ ਵੀ ਉਹਦੀ ਅੱਖ ਦਿਸਦੀ ਹੈ ਕਹਿੰਦਾ। ਤੇ ਜਿਵੇਂ ਆਪਾਂ ਕਈ ਦਿਨ ਵੀ ਅੱਖਾਂ ਆਪਣੀਆਂ ਬੋਲਦੀਆਂ ਨੇ, ਅੱਖਾਂ 'ਚ ਆਪਾਂ ਨੂੰ ਸਾਰਾ ਕੁਝ ਦਿਸਦਾ। ਉਹ ਜਿਹੜੀ ਪਹਿਲੀ ਦੋਵਾਂ ਦੇ ਵਿੱਚ ਉਹਨਾਂ 'ਚ ਗੱਲਬਾਤ ਹੋਈ ਤਾਂ ਉਸ ਅੱਖ ਰਾਹੀਂ ਹੀ ਹੋਈ ਆ। ਹਾਂ, ਆਪਾਂ ਜਦੋਂ ਕਿਸੇ ਦੇ ਐਕਸਪ੍ਰੈਸ਼ਨ ਪੜ੍ਹਦੇ ਆਪਾਂ ਇਹ ਕਹਿੰਦੇ ਆ ਯਾਰ ਉਹਦੀਆਂ ਅੱਖਾਂ ਝੂਠ ਬੋਲਦੀਆਂ ਨੇ, ਉਹਦੀਆਂ ਅੱਖਾਂ ਸੱਚ ਬੋਲਦੀਆਂ ਨੇ ਹਨਾ। ਤਾਂ ਉਹ ਜਿਹੜੀ ਔਰਤ ਹੈਗੀ ਆ ਉਹ ਇੰਨੀ ਕੁ ਜ਼ਿਆਦਾ ਤੇਜ਼ ਆ ਵੀ ਉਹ ਸਾਰਾ ਕੁਝ ਹੜੱਪਣਾ ਚਾਹੁੰਦੀ। ਉਹ ਇਹ ਵੀ ਨਹੀਂ ਸੋਚਦੀ ਕਿ ਸਮਾਜ ਮੈਨੂੰ ਕੀ ਕਹੂਗਾ ਜਾਂ ਮੇਰੇ ਰਿਸ਼ਤੇ ਮੈਨੂੰ ਕੀ ਕਹਿਣਗੇ ਨਾ, ਬਸ ਉਹ ਜਿੱਤ ਵੀ ਜਾਂਦੀ ਹੈ ਅਖੀਰ ਤੇ, ਉਹਦੀ ਚਾਲ ਵੀ ਕਾਮਯਾਬ ਹੋ ਜਾਂਦੀ ਹੈ ਨਾ। ਕੁੱਲ ਮਿਲਾ ਕੇ ਦੋਨੋਂ ਕਹਾਣੀਆਂ ਬਹੁਤ ਸੋਹਣੀਆਂ ਨੇ, ਸੋਹਣੀਆਂ ਕਹਾਣੀਆਂ ਨੇ, ਆਪਣੇ ਕਿਸਾਨੀ ਜੀਵਨ ਨਾਲ ਸੰਬੰਧਿਤ ਕਹਾਣੀਆਂ ਨੇ, ਆਪਣੇ ਜਿਹੜੇ ਆਮ ਮੱਧ ਵਰਗੀ ਪਰਿਵਾਰ ਨੇ ਉਹਨਾਂ ਨਾਲ ਸੰਬੰਧਿਤ ਕਹਾਣੀਆਂ ਨੇ। ਰਵਿੰਦਰ ਮੈਂ ਤਾਂ ਇਹੀ ਕਹਿਣਾ ਹੁੰਦਾ, ਮੈਂ ਅੱਗੇ ਵੀ ਬਹੁਤ ਵਾਰ ਕਿਹਾ ਵੀ ਜਿਹੜਾ ਸਾਹਿਤ ਆ ਇਹ ਸਮਾਜ ਦਾ ਇੱਕ ਤਰ੍ਹਾਂ ਨਾਲ ਵਿਗਿਆਨ ਹੀ ਆ, ਮਨੋਵਿਗਿਆਨ ਹਰੇਕ ਕਰੈਕਟਰ ਦਾ ਹਨਾ। ਹੁਣ ਆਪਾਂ 2 ਕਹਾਣੀ ਦੀ ਗੱਲ ਕੀਤੀ ਹੈ ਇੱਥੇ, ਇੱਕ ਤਾਂ ਉਸ ਇਨਸਾਨ ਦੀ ਇੱਕ ਤੇ ਬੰਦੇ ਮਾਨਸਿਕਤਾ ਦੀ, ਜਿਹੜੇ ਬੰਦੇ ਜੌਬ ਕਰ ਰਹੇ ਵੀ ਉਹਨਾਂ ਦੀ ਸਮੱਸਿਆਵਾਂ ਕੀ ਹੁੰਦੀਆਂ ਨੇ ਨਾ, ਜਿਹੜੇ ਸ਼ਹਿਰ ਰਹਿੰਦੇ ਨੇ ਜੇ ਆਪਾਂ ਸਮਝਣਾ ਹੋਵੇ ਉਹਨਾਂ ਨੂੰ ਤਾਂ ਉਹ ਕਿਹੋ ਜਿਹੀ ਜ਼ਿੰਦਗੀ ਜਿਉਂਦੇ, ਉਹਨਾਂ ਕੀ ਸਮੱਸਿਆਵਾਂ ਹੁੰਦੀਆਂ ਨੇ। ਮੈਨੂੰ ਇੱਕ ਵਾਰ ਬੱਸ 'ਚ ਇੱਕ ਕੁੜੀ ਮਿਲੀ ਸੀਗੀ, ਉਹ ਮਤਲਬ 34-35 ਸਾਲ ਦੀ, ਮੈਨੂੰ 3-4 ਵਾਰ ਮਿਲੀ ਤਾਂ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੀ ਸੀ। ਤੇ ਉਹ ਇਹ ਚੀਜ਼ ਹੁਣ ਵੀ ਹੈਗੀ ਆ। ਉਹ ਕਹਿੰਦੀ ਵੀ ਮੈਨੂੰ ਮੇਰੇ ਪਾਪਾ ਦੀ ਨੌਕਰੀ ਮਿਲੀ ਸਰਕਾਰੀ, ਤੇ ਮੇਰੇ ਮਾਂ ਨੇ ਮੈਨੂੰ ਕਿਹਾ ਕਿ ਤੂੰ ਉਨਾ ਚਿਰ ਵਿਆਹ ਨਹੀਂ ਕਰਾਏਂਗੀ ਜਿੰਨਾ ਚਿਰ ਤੇਰੇ ਛੋਟੇ ਭੈਣ ਭਰਾ ਪੜ੍ਹ ਨਹੀਂ ਜਾਂਦੇ ਤੇ ਵਿਆਹ ਹੀ ਨਹੀਂ ਜਾਂਦੇ। ਤੇ ਹੁਣ ਉਹ ਕੁੜੀ 40 ਸਾਲ ਦੇ ਕਰੀਬ ਆ, ਉਹਨੇ ਵਿਆਹ ਹੀ ਨਹੀਂ ਕਰਾਇਆ। ਤੇ ਮੈਂ ਉਹਨੂੰ ਪੁੱਛਿਆ ਕਿ ਹੁਣ ਮਤਲਬ ਤੁਸੀਂ ਹੁਣ ਕਰਾ ਲਓ ਕਿਉਂਕਿ ਤੁਹਾਡੇ ਭੈਣ ਭਰਾ ਵਿਆਹ ਗਏ। ਉਹ ਕਹਿੰਦੀ 40 ਸਾਲ ਦੀ ਉਮਰ 'ਚ ਤੁਹਾਨੂੰ ਕਿਵੇਂ ਦੇ ਬੰਦੇ ਮਿਲਣਗੇ ਵਿਆਹ ਕਰਾਉਣ ਲਈ ਹਨਾ, ਜਾਂ ਤਾਂ ਉਹ ਛੱਡੇ ਹੋਣਗੇ ਜਾਂ ਜੇ ਕਿਸੇ ਦੇ ਤਲਾਕ ਹੋਏ ਹੁੰਦੇ ਨੇ। ਤੇ ਕਹਿੰਦੇ ਵੀ ਕਈ ਵਾਰੀ ਘਰ ਦੇ ਇੰਨੇ ਜ਼ਿਆਦਾ ਖੁਦਗਰਜ਼ ਹੋ ਜਾਂਦੇ ਆ ਵੀ ਤੁਹਾਨੂੰ ਇੱਕ ਚੀਜ਼ ਦੀ ਕੀਮਤ ਸਾਰੀ ਉਮਰ ਚੁਕਾਉਣੀ ਪੈਂਦੀ ਹੈ। ਤੇ ਉਹਨੇ ਆਪਦੇ ਪਿਓ ਦੀ ਮਿਲੀ ਹੋਈ ਨੌਕਰੀ ਦੀ ਕੀਮਤ ਆ ਜਿਹੜੀ ਉਹ ਚੁਕਾਈ ਆ। ਮਤਲਬ ਵੈਸੇ ਉਹ ਹੁਣ ਬਹੁਤ ਖੁਸ਼ ਆ ਆਪਦੀ ਜ਼ਿੰਦਗੀ 'ਚ, ਪਰ ਕਈ ਵਾਰੀ ਅਸੀਂ ਕਿਵੇਂ ਦੀਆਂ ਚੀਜ਼ਾਂ ਮੰਗ ਲੈਂਦੇ ਆ ਬੰਦੇ ਤੋਂ, ਕਿਵੇਂ ਦੀਆਂ ਸ਼ਰਤਾਂ ਰੱਖ ਦਿੰਦੇ। ਰਵਿੰਦਰ ਇੱਕ ਮੈਨੂੰ ਹੋਰ ਸ਼ਬਦ ਵੀ ਮੈਨੂੰ ਥੋੜਾ ਅਜੀਬ ਲੱਗਦਾ ਹੁੰਦਾ, ਜਿਵੇਂ ਆਪਾਂ ਕਹਿ ਦਿੰਦੇ ਵਿਆਹ ਵੇਲੇ ਕਿ ਕੰਨਿਆ ਦਾਨ ਕਰਨਾ ਨਾ, ਮੈਨੂੰ ਲੱਗਦਾ ਹੁੰਦਾ ਵੀ ਦਾਨ ਕੀਤੀ ਹੋਈ ਚੀਜ਼ ਤੇ ਆਪਣਾ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਆਪਾਂ ਕਿਸੇ ਨੂੰ ਜ਼ਮੀਨ ਦਾਨ ਕਰਦੀ ਹੈ ਕੁਝ ਵੀ ਕਰਦੀ ਹੈ ਨਾ। ਜਦੋਂ ਆਪਾਂ ਕੁੜੀ ਕਿਸੇ ਨੂੰ ਦਾਨ ਦੇਤੀ ਤਾਂ ਫਿਰ ਇੱਕ ਤਰ੍ਹਾਂ ਨਾਲ ਆਪਾਂ ਪੂਰੇ ਹੱਕ ਖਤਮ ਕਰਤੇ ਕਿ ਤੂੰ ਉੱਥੇ ਦੁਖੀ ਹੋ, ਜੋ ਮਰਜ਼ੀ ਕਰ, ਅਸੀਂ ਤਾਂ ਉਹਦੇ 'ਤੇ ਕੋਈ ਕੁਛ ਨਹੀਂ ਕਰਾਂਗੇ ਨਾ। ਵੀ ਮੈਨੂੰ ਲੱਗਦਾ ਵੀ ਦਾਨ ਦੇਣ ਵਾਲਾ ਕੰਮ ਜਾਂ ਮੈਨੂੰ ਸਹੀ ਨਹੀਂ ਲੱਗਦਾ ਗਿਆ ਵੀ ਤੁਸੀਂ ਉਹਨੂੰ ਇੱਕ ਤਰ੍ਹਾਂ ਨਾਲ ਜਮਾ ਹੀ ਆਪਣੇ ਨੂੰ ਤੋੜ ਦਿੰਦੇ ਹੋ ਵੀ ਤੂੰ ਉੱਥੇ ਖੁਸ਼ ਰਹਿ, ਦੁਖੀ ਰਹਿ, ਸਾਡਾ ਤੇਰੇ ਨਾਲ ਕੋਈ ਤਾਲੁਕਾਤ ਹੀ ਹੈ ਨਹੀਂ ਗਾ। ਬਾਕੀ ਹੋਰ ਆਪਾਂ ਕਹਾਣੀਆਂ ਦੇ ਰਾਹੀਂ ਗੱਲਾਂ ਕਰਾਂਗੇ, ਹੋਰ ਇਹੋ ਜਿਹੇ ਮਤਲਬ ਇਹੋ ਜਿਹੇ ਪਾਤਰਾਂ ਦੀ ਬਹੁਤ ਕਹਾਣੀਆਂ ਨੇ। ਜਿਹੜੀ ਤੁਸੀਂ ਕੁੜੀ ਦੀ ਗੱਲ ਕੀਤੀ ਇਹਦੇ ਨਾਲ ਸੰਬੰਧ ਇਹੋ ਜਿਹੀਆਂ ਕਹਾਣੀਆਂ, ਇਹੋ ਜਿਹੇ ਮਤਲਬ ਬਹੁਤ ਕੁਝ ਪਿਆ ਸਾਹਿਤ ਦੇ ਵਿੱਚ, ਇੱਕ ਬੰਦੇ ਦੀ ਕਹਾਣੀ ਪਈ ਆ ਸਾਹਿਤ ਦੇ ਵਿੱਚ ਨਾ। ਤਾਂ ਇਹੋ ਜਿਹੀ ਕਹਾਣੀ ਮਤਲਬ ਆਪਾਂ ਜਦੋਂ ਆਪਾਂ ਕੋਈ ਕਹਾਣੀ ਦੀ ਗੱਲ ਕਰਿਆ ਕਰਾਂਗੇ ਤਾਂ ਉਹਦੇ ਨਾਲ ਉਦਾਹਰਨ ਦੇਣ ਵੇਲੇ ਆਪਾਂ ਨਾਲ ਇਹੋ ਜਿਹੇ ਲੋਕਾਂ ਦੀਆਂ ਵੀ ਗੱਲਾਂ ਕਰਿਆ ਕਰੀਏ। ਬਿਲਕੁਲ। ਵੈਸੇ ਜਿਵੇਂ ਬਲਦੇਵ ਨੇ ਕਿਹਾ ਕਿ ਹਰ ਬੰਦੇ ਦੀ ਕੋਈ ਨਾ ਕੋਈ ਕਹਾਣੀ ਹੁੰਦੀ ਆ, ਬਸ ਇਹ ਹੈ ਕਿ ਹਰ ਬੰਦੇ ਨੂੰ ਲਿਖਣਾ ਨਹੀਂ ਆਉਂਦਾ। ਤੇ ਜਦੋਂ ਕੋਈ ਬੰਦਾ ਲਿਖਦਾ ਤਾਂ ਉਹ ਵੀ ਕਹਾਣੀਆਂ ਸਾਡੇ ਲੋਕਾਂ 'ਚੋਂ ਹੀ ਚੁੱਕਦਾ ਹੈ। ਬਹੁਤ ਸਾਰੇ ਮੁੰਡੇ ਇਹੋ ਜਿਹੇ ਹੋਣਗੇ ਜਿਹੜੇ ਆਪਦੇ ਪਰਿਵਾਰਾਂ 'ਚੋਂ ਪਹਿਲਾਂ ਨਿਕਲੇ, ਨੌਕਰੀਆਂ ਕੀਤੀਆਂ, ਤੇ ਐਵੇਂ ਹੀ ਪਰਿਵਾਰਾਂ ਨੂੰ ਉਹਨਾਂ ਤੋਂ ਆਸਾਂ ਹੁੰਦੀਆਂ ਨੇ। ਜਦੋਂ ਵਿਚਾਰੇ ਪੂਰੀਆਂ ਨਹੀਂ ਕਰਦੇ ਤਾਂ ਫਿਰ ਇੱਦਾਂ ਹੀ ਸਾਡੇ ਰਿਸ਼ਤੇ ਨੇ ਜਿਹੜੇ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਆ। ਕਿਉਂਕਿ ਅੱਜ ਦਾ ਇਹ ਸੱਚ ਹੈ ਕਿ ਬਹੁਤੇ ਸਾਡੇ ਰਿਸ਼ਤੇ ਨੇ ਜਿਹੜੇ ਉਹ ਗਰਜਾਂ 'ਤੇ ਹੀ ਟਿਕੇ ਹੋਏ ਨੇ। ਤੇ ਦੂਜੀ ਕਹਾਣੀ ਸੀਗੀ ਜਿਵੇਂ ਉਹਦੇ 'ਚ ਵੀ ਪੰਜਾਬੀ ਪਰਿਵਾਰਾਂ ਦਾ, ਜਾਂ ਬਹੁਤ ਸਾਰੇ ਇਕੱਲੇ ਪੰਜਾਬੀ ਨਹੀਂ ਆਪਾਂ ਕਹਿ ਸਕਦੇ, ਬਹੁਤ ਸਾਰੇ ਪਰਿਵਾਰਾਂ 'ਚ ਹੋਰ ਸਟੇਟਾਂ ਦੇ ਵਿੱਚ ਵੀ ਇਹੋ ਜਿਹਾ ਕੁਛ ਹੁੰਦਾ ਹੀ ਹੈ ਕਿ ਜਿੱਥੇ ਕਿਸੇ ਬੰਦੇ ਦੀ ਜਾਇਦਾਦ ਦਾ ਸਾਨੂੰ ਪਤਾ ਹੋਵੇ ਕਿ ਅੱਗੋਂ ਕੋਈ ਸੰਭਾਲਣ ਵਾਲਾ ਨਹੀਂ, ਤਾਂ ਹਰ ਬੰਦਾ ਉਹਦੇ 'ਤੇ ਹੱਕ ਮਿਹਰ ਰੱਖਦਾ ਕਿ ਇਹ ਸਾਡੇ ਨਾਲ ਹੋਵੇ ਤਾਂ ਸਾਡੇ ਨਿਆਣਿਆਂ ਨੂੰ ਇਹਦੀ ਜਾਇਦਾਦ ਆਵੇ। ਤੇ ਐਵੇਂ ਹੀ ਇਸ ਕਹਾਣੀ ਦੇ ਵਿੱਚ ਦੱਸਿਆ ਹੋਇਆ ਕਿ ਕਿਵੇਂ ਇੱਕ ਜਨਾਨੀ ਆ ਜਿਹੜੀ ਉਹ ਆਪਣੇ ਜੇਠ ਦੀ ਜਾਇਦਾਦ ਲੈਣ ਲਈ ਆਪਣੇ ਉੱਪਰ ਐਡਾ ਵੱਡਾ ਕਲੰਕ ਖੱਟ ਲੈਂਦੀ ਹੈ ਕਿ ਉਹ ਕਹਿੰਦੀ ਹੈ ਕਿ ਮੇਰਾ ਜਿਹੜਾ ਬੱਚਾ ਉਹ ਮੇਰੇ ਜੇਠ ਦਾ ਬੱਚਾ ਹੈ। ਤੇ ਇਹ ਵੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਈਏ ਰਿਸ਼ਤਿਆਂ ਦਾ ਮਨੋਵਿਗਿਆਨ ਹੀ ਆ। ਤੁਸੀਂ ਜੇ ਇਹੋ ਜਿਹੀਆਂ ਕਿਤਾਬ ਜਾਂ ਇਹੋ ਜਿਹੀਆਂ ਕਹਾਣੀਆਂ ਪੜ੍ਹਨੀਆਂ ਚਾਹੁੰਦੇ ਹੋ ਤਾਂ ਤੁਸੀਂ ਗੁਰਬਚਨ ਭੁੱਲਰ ਹੋਣਾ ਨੂੰ ਪੜ੍ਹੋ। ਬਹੁਤੀਆਂ ਲੰਮੀਆਂ ਕਹਾਣੀਆਂ ਨਹੀਂ ਉਹ ਲਿਖਦੇ ਹੈਗੇ, ਮਤਲਬ ਨਾ ਉਹਨਾਂ ਦੀਆਂ ਕਹਾਣੀਆਂ ਛੋਟੀਆਂ ਹੁੰਦੀਆਂ ਨੇ ਨਾ ਵੱਡੀਆਂ ਨੇ, ਤੁਸੀਂ ਪੜ੍ਹ ਸਕਦੇ ਹੋ। ਤੇ ਜਿਹੜੇ ਲੋਕ ਸੋਚਦੇ ਹੁੰਦੇ ਆ ਕਿ ਕਿੱਥੋਂ ਸ਼ੁਰੂ ਕਰੀਏ, ਬਹੁਤ ਸਹਿਜ ਜੀ ਉਹਨਾਂ ਦੀ ਮਤਲਬ ਭਾਸ਼ਾ ਹੁੰਦੀ ਹੈ ਲਿਖਣ ਦੀ। ਤੇ ਸਭ ਤੋਂ ਵੱਡੀ ਗੱਲ, ਜਿਵੇਂ ਤੁਸੀਂ ਜਦੋਂ ਕਹਾਣੀ ਪੜ੍ਹਦੇ ਹੋ
ਕੱਲੀ ਕੱਲੀ ਸਤਰ ਨਾਲ ਤੁਸੀਂ ਇਮੇਜਿਨ ਕਰਦੇ ਹੋ, ਤੁਹਾਨੂੰ ਜਿਵੇਂ ਸਾਰੇ ਕਰੈਕਟਰ ਨੇ ਐਂ ਹੀ ਲੱਗਣਗੇ ਕਿ ਤੁਹਾਡੇ ਸਾਹਮਣੇ ਖੜੇ ਨੇ, ਇੰਨੀ ਜ਼ਿਆਦਾ ਸਪਸ਼ਟ ਹੁੰਦੀ ਹੈ ਇਹਨਾਂ ਦੀ ਕਹਾਣੀ। ਤੇ ਅਗਲੀ ਵਾਰ ਆਪਾਂ ਫਿਰ ਕਿਸੇ ਨਵੀਂ ਕਿਤਾਬ ਨਾਲ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।